ਕੱਲ੍ਹ ਦੀ ਰੈਲੀ ਤੋਂ ਬਾਅਦ ਕੀ ਮਾਹੌਲ ਲੱਗਦਾ? ਫਿਰੋਜ਼ਪੁਰ ਥੋੜ੍ਹੀ ਜਰਕ ਜਿਹੀ ਆ ਗਈ ਸੀ। ਮੌਸਮ ਐਸਾ ਸੀ, ਕੁਛ ਪ੍ਰਸ਼ਾਸਨਿਕ ਕਮੀਆਂ ਰਹਿ ਗਈਆਂ। ਬੜੀ ਇਹਨਾਂ ਨੇ ਨਲਾਇਕੀ ਕੀਤੀ ਸੀ। ਪ੍ਰਧਾਨ ਮੰਤਰੀ ਸਾਹਿਬ ਆਉਣ ਤੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ। ਤੇ ਕੱਲ੍ਹ ਜਦੋਂ ਆਏ ਤੇ ਬੜਾ ਲੋਕਾਂ 'ਚ ਚੰਗਾ ਸੁਨੇਹਾ ਗਿਆ। ਰਣਜੀਤ ਸਿੰਘ ਚੰਨੀ ਉਹਨਾਂ ਨੇ ਕੱਲ੍ਹ ਕਿਹਾ, ਕਹਿੰਦੇ ਮੇਰਾ PM ਦੀ ਰੈਲੀ ਕਰਕੇ ਇਹਨਾਂ ਨੇ ਮੇਰਾ ਸਾਜ਼ਿਸ਼ ਦੇ ਤਹਿਤ ਮੇਰਾ ਜਹਾਜ਼ ਨਹੀਂ ਉੱਡਣ ਦਿੱਤਾ। ਨਹੀਂ, ਉਹਨਾਂ ਨੂੰ ਮੇਰੇ ਖਿਆਲ ਅਜੇ ਤੱਕ ਸਮਝ ਨਹੀਂ ਆਈ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਨੋ ਫਲਾਈ ਜ਼ੋਨ ਹੁੰਦਾ ਹੈ, ਜਦੋਂ ਪ੍ਰਾਈਮ ਮਿਨਿਸਟਰ ਦੀ ਫਲਾਈਟ ਆਉਂਦੀ ਹੈ ਜਾਂ ਉਹ ਪਹਿਲਾਂ ਉੱਥੇ ਰਾਬਤਾ ਕਰ ਲੈਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਅਜੇ ਸਿਸਟਮ ਦਾ ਨਹੀਂ ਪਤਾ ਲੱਗਾ, ਨਵੇਂ ਆ। ਮੰਤਰੀ ਵੀ ਕੱਲ੍ਹ ਕਹਿ ਗਏ, ਕਹਿੰਦੇ ਮੈਂ ਦੇਵੀ ਤਲਾਬ ਮੰਦਿਰ ਜਾਣਾ ਸੀਗਾ, ਉੱਥੇ ਨਤਮਸਤਕ ਹੋ ਕੇ ਆਉਣਾ ਸੀਗਾ। ਪੰਜਾਬ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਝੱਲਿਆ ਨਹੀਂ ਇਸ ਗੱਲ ਨੂੰ, ਮੈਨੂੰ ਜਾਣ ਨਹੀਂ। ਟੈਂਪਰੇਰੀ ਜਾਂ ਥੋੜ੍ਹੀ ਦੇਰ ਲਈ ਲੋਕ ਜਿਹੜੇ ਆਏ ਆ, ਉਹਨਾਂ ਅੱਗੇ ਮੈਂ ਇਹੀ ਦੁਆ ਕਰੂੰਗਾ ਕਿ ਆਪਣੇ ਆਪ ਨੂੰ ਸਥਿਰ ਅਗਰ ਕਰਨਾ, ਪੱਕੇ ਅਗਰ ਇਹਨਾਂ ਕੁਰਸੀਆਂ 'ਤੇ ਜੰਮਣਾ ਤੇ ਕੰਮ ਕਰਨਾ ਵੀ, ਕੰਮ ਵੀ ਸਿੱਖੋ। 750 ਤੋਂ ਉੱਪਰ ਕਿਸਾਨਾਂ ਦੀਆਂ ਜਾਨਾਂ ਗਈਆਂ। ਉਸ ਰੋਹ ਤੋਂ ਬਾਅਦ ਅਜੇ ਵੀ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ BJP ਦਾ। ਇੱਕ ਇਨਸਾਨ ਦਾ ਜਾਣਾ ਵੀ ਪੂਰੀ ਦੁਨੀਆ ਦੇ ਵਿੱਚ ਸੋਗ ਮਨਾਉਣਾ ਚਾਹੀਦਾ। ਤੂੰ ਤਾਂ ਇੰਨੀਆਂ ਜਾਨਾਂ ਗਈਆਂ, ਲੇਕਿਨ ਉੱਥੋਂ ਭੰਗੜਾ ਪਾਉਂਦੇ ਆਏ ਆ। ਇਹ ਜਿਹੜੇ ਵਿਰੋਧ ਕਰਦੇ ਉਹ ਕਿਸਾਨ ਬਿਲਕੁਲ ਨਹੀਂ, ਕਿਸਾਨ ਤੇ ਖੁਦ ਇਲੈਕਸ਼ਨ ਲੜ ਰਿਹਾ। ਇਹ ਹੈਗੇ ਚੋਲਾ ਪਾ ਲੈਂਦੇ ਆ, ਕੱਪੜੇ ਪਾ ਲੈਂਦੇ ਆ ਕਿਸਾਨਾਂ ਦੇ, ਵਰਨਾ ਇਹ ਹੈ ਬੰਦੇ ਦੂਸਰੀਆਂ ਪਾਰਟੀਆਂ। ਕਹਿੰਦੇ ਦਿਹਾੜੀ ਤੇ ਬੰਦੇ ਲਿਆ ਕੇ ਇਕੱਠ ਕੀਤਾ, ਇਹਨਾਂ ਦੇ ਇੱਕ ਵਕਾਰ ਦਾ ਸਵਾਲ ਬਣ ਗਿਆ ਸੀਗਾ ਵੀ ਜੇ ਹੁਣ ਕੁਰਸੀਆਂ ਖਾਲੀ ਰਹਿ ਗਈਆਂ ਤਾਂ ਫਿਰ ਪੈਰ ਜੰਮਣੇ ਨਹੀਂ ਪੰਜਾਬ। ਪ੍ਰਧਾਨ ਮੰਤਰੀ ਦਾ ਕਰੇਜ਼ ਹੀ ਇੰਨਾ, ਦੁਨੀਆ ਸਾਂਭੀ ਨਹੀਂ ਜਾਂਦੀ। ਮੈਂ ਤਾਂ ਫਿਰੋਜ਼ਪੁਰ ਵੀ ਕਿਹਾ ਸੀ, ਮੈਂ ਕਿਹਾ ਰੋਕੋ ਨਾ, ਫਿਰ ਦੇਖਿਓ ਭਾਵੇਂ ਮੀਂਹ ਆਵੇ, ਤੂਫਾਨ ਆਵੇ, ਇੱਥੇ ਲੋਕ ਸਾਂਭ ਨਹੀਂ ਹੋਣੇ। ਗੁਰਬੀਤ ਰਾਮ ਰਹੀਮ ਡੇਰਾ ਮੁਖੀ ਨੂੰ ਚੋਣਾਂ ਦੇ ਦਿਨਾਂ ਦੇ ਵਿੱਚ ਫਰਲੋ ਮਿਲਣੀ, ਲਗਾਤਾਰ ਸਿੱਧੇ ਤੌਰ ਦੇ ਉੱਤੇ ਵਿਰੋਧੀ ਕਹਿੰਦੇ ਨੇ BJP ਨੇ ਆਪ ਹੀ ਬਾਹਰ ਲਿਆਂਦਾ। ਨਹੀਂ, ਉਹ ਆਪੇ ਹੀ ਅੰਦਰ ਗਏ ਸੀ। BJP ਨੇ ਕੀ ਲੈਣਾ ਦੇਣਾ ਇਹਦੇ 'ਚ? ਰਣਜੀਤ ਸਿੰਘ ਚੰਨੀ ਕਹਿੰਦੇ ਦਲਿਤ ਰਿਪਰੈਜ਼ੈਂਟੇਸ਼ਨ ਮਿਲੀ ਹੈ ਸਮਾਜ ਨੂੰ, ਪਹਿਲੀ ਵਾਰੀ CM ਐਲਾਨਿਆ, ਬਣਾਇਆ ਵੀ ਔਰ ਐਲਾਨ ਵੀ ਦਿੱਤਾ ਅੱਗੇ। ਤਾਂ ਹੁਣ ਕੰਮ ਕੁੰਮ ਵੀ ਸਿੱਖ ਲੈਣ, ਕਰਨਾ ਥੋੜ੍ਹਾ ਬਹੁਤਾ ਤੇ ਲੱਗਣ ਵੀ ਸੀ। ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਪਿਛਲੇ ਪੌਣੇ 5 ਸਾਲ ਸੀਗੀ ਸਰਕਾਰ ਰਹੀ ਪੰਜਾਬ ਦੇ ਵਿੱਚ, ਤੁਹਾਡੇ ਵਿਰੋਧੀ ਸੀਗੇ ਉਸ ਸਮੇਂ ਸਿਆਸੀ ਤੌਰ ਦੇ ਉੱਤੇ ਤੁਹਾਡੀ ਪਾਰਟੀ ਦੇ, ਉਸ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? 4.5 ਸਾਲ ਇਹਨਾਂ ਨੇ ਚੰਗਾ ਪੈਸਾ ਬਣਾਇਆ। ਰੇਤਾ ਯਾਨੀ ਜੰਗਲਾਂ ਤੋਂ ਵੀ, ਦਰਿਆਵਾਂ 'ਚੋਂ ਵੀ। ਨਸ਼ਾ ਮੁਕਤ ਕਹਿੰਦੀ ਸੀ, ਨਸ਼ਾ ਸਗੋਂ ਵਧਿਆ ਹੈ। ਕਹਿੰਦੇ ED ਇੱਕ ਐਸਾ ਹਥਿਆਰ ਬਣਾ ਲਿਆ BJP ਨੇ, ਜਿਹਦੀ ਮਰਜ਼ੀ ਬਾਂਹ ਮਰੋੜ ਕੇ ਨਾਲ ਲੈ। ED ਦਾ ਮਤਲਬ ਕੀ ਹੈ? ਹਰਾਮ ਦੀ ਕਮਾਈ ਜਿੱਥੋਂ ਲੱਭੀ ਉਹਨੂੰ ਫੜ ਲਓ ਤੇ ਤੁਸੀਂ ਨਾ ਕਮਾਓ। ED ਆ ਜਾਏ ਜਾਂ OD ਆ ਜਾਏ ਜਾਂ ਕੋਈ ਆ ਜਾਏ, ਜਦ ਮੇਰੇ ਘਰ ਕੋਈ ਪੈਸਾ ਹੀ ਨਹੀਂ ਲੱਭਣਾ ਤੇ ਫਿਰ ਆਪੇ ED ਚੱਲ ਜਾਊਗੀ ਵਾਪਸ। ਮੈਨੂੰ ਡਰਨ ਦੀ ਕੀ ਲੋੜ ਹੈ? ਉਹੀ ਡਰੇ ਨਾ ਜਿਹੜਾ ਹਰਾਮ ਦੀ ਕਮਾਈ ਖਾਂਦਾ। BJP ਦੇ ਕੋਲ ਛੜੀ ਕਿਹੜੀ ਹੈ? ਨਿਤ ਜੁਆਇਨਿੰਗ ਕਰਵਾ ਰਹੇ ਹੋ, ਵੱਡੇ ਵੱਡੇ ਐਕਟਰ ਵੀ ਤੁਹਾਡੇ ਨਾਲ ਆ ਜਾਂਦੇ ਨੇ, ਵੱਡੇ ਵੱਡੇ ਕਲਾਕਾਰ ਵੀ ਆ ਜਾਂਦੇ ਨੇ, ਕਿਹੜੀ ਛੜੀ ਹੈ? ਵਾਕਿਆ ਬਾਂਹ ਮਰੋੜਦੇ ਹੋ? ਇੱਥੇ ਤਾਂ ਲਾਈਨ ਲੱਗੀ ਹੋਈ ਹੈ ਸ਼ਾਮਲ ਹੋਣ ਵਾਲੇ। ਅਜੇ ਤਾਂ ਹੁਣ ਦਿਨ ਥੋੜ੍ਹੇ ਰਹਿ ਗਏ, ਹੁਣ ਤਾਂ ਖੈਰ ਟਿਕਟਾਂ ਵੀ ਨਹੀਂ ਮਿਲਣੀਆਂ। ਟਿਕਟ ਦੀ ਦੌੜ ਦੇ ਪਿੱਛੇ ਹੀ ਰਹਿੰਦਾ ਹਮੇਸ਼ਾ, ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਟਿਕਟ ਨਹੀਂ ਮਿਲਦੀ ਅਗਲੇ ਦਿਨ ਹੀ ਜਾ ਕੇ, ਅੱਜ ਤਾਂ ਜਿਹੜੇ ਹੁਣ ਦਾ ਸਿਨੈਰੀਓ ਉਹ ਤਾਂ ਇਹੀ ਹੈ ਵੀ ਜਿਹਨੂੰ ਟਿਕਟ ਨਹੀਂ ਮਿਲਦੀ BJP ਦੇ ਵਿੱਚ ਜਾ ਕੇ ਨਾ ਤੇ MLA ਬਣਨਗੇ ਤੇ ਕਮਾਈਆਂ ਹੋਣਗੀਆਂ। ਟਿਕਟ ਦਾ ਮਤਲਬ ਹੈ MLA ਦਾ ਮਤਲਬ ਪੈਸੇ ਪੂਸੇ ਬਣਾਉਣੇ, ਜ਼ਮੀਨਾਂ ਕਮਾਉਣੀਆਂ, ਲੈਣੀਆਂ, ਜਾਇਦਾਦਾਂ ਬਣਾਉਣੀਆਂ। ਕਿਸਾਨਾਂ ਨੂੰ ਕਿਉਂ ਕੱਲ੍ਹ ਬੰਦ ਕੀਤਾ ਘਰਾਂ ਦੇ ਵਿੱਚ? ਜਿਹੜਾ ਲੀਡਰ ਵਿਰੋਧਤਾ ਤੋਂ ਡਰ ਗਿਆ, ਉਹਨੂੰ ਉਹ ਕਾਹਦਾ ਲੀਡਰ ਹੈ ਵੀ? ਸਨੀ ਦਿਓਲ ਮਿਲਦੇ ਨੇ ਤੁਹਾਨੂੰ ਸੰਸਦ? ਹਾਂ, ਜਦੋਂ ਕਿਤੇ ਆਉਂਦਾ ਮਿਲਦਾ। ਕਹਿਣਾ ਸੀ ਗੁਰਦਾਸਪੁਰ ਵੀ ਇੱਕ ਅੱਧਾ। ਉਹ ਆਪ ਸੋਚਣਾ ਚਾਹੀਦਾ। ਉਹ ਸਿਆਣੇ ਆ, ਮੇਰੇ ਤੋਂ ਤਾਂ ਸਿਆਣੇ ਆ, ਮੇਰੇ ਉਹਨਾਂ ਨੂੰ ਕੀ ਕਹਾਂਗਾ, ਉਹ ਲੋਕ ਸਮਝਾਉਣਗੇ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਚੋਣਾਂ ਨੂੰ ਮਹਿਜ਼ 5-6 ਦਿਨ ਬਾਕੀ ਨੇ। ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ। ਉਸ ਰੈਲੀ ਤੋਂ ਬਾਅਦ BJP ਵਰਕਰਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਔਰ ਉਸੇ ਹੀ ਸਟੇਜ ਤੋਂ MP ਹੰਸਰਾਜ ਹੰਸ ਹੋਰਾਂ ਨੇ ਨਾ ਸਿਰਫ ਗੀਤ ਗਾ ਕੇ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ, ਬਲਕਿ ਇੱਕ ਧਮਾਕੇਦਾਰ ਸਪੀਚ ਵੀ ਦਿੱਤੀ। ਤਾਂ MP ਹੰਸਰਾਜ ਹੰਸ ਜੀ ਸਾਡੇ ਨਾਲ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਸ਼ੁਕਰੀਆ ਹਮਦਰਦ TV ਦੇ ਕਰਿਊ ਨੂੰ, ਤੁਹਾਨੂੰ ਹਮਦਰਦ TV ਦੇਖ ਰਹੇ ਦਰਸ਼ਕਾਂ ਨੂੰ, ਭਾਜੀ ਅੰਮ੍ਰਿਤਸਰ ਹੋਣਾ ਨੂੰ, ਉਹਨਾਂ ਦੇ ਦੋਸਤਾਂ ਨੂੰ, ਸਾਰੇ ਕੈਨੇਡਾ ਵਾਸੀਆਂ ਨੂੰ, ਸਪੈਸ਼ਲ ਟੋਰਾਂਟੋ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਰ, ਕਿਵੇਂ ਕੱਲ੍ਹ ਦੀ ਰੈਲੀ ਤੋਂ ਬਾਅਦ
ਕੀ ਮਾਹੌਲ ਲੱਗ ਰਿਹਾ? 5 ਤਰੀਕ ਨੂੰ ਤੁਹਾਨੂੰ ਪਤਾ ਹੀ ਹੈ ਜੋ ਹੋਇਆ ਸੀ ਫਿਰੋਜ਼ਪੁਰ, ਥੋੜ੍ਹੀ ਜਰਕ ਜਿਹੀ ਆ ਗਈ ਸੀ, ਮੌਸਮ ਐਸਾ ਸੀ, ਕੁਝ ਪ੍ਰਸ਼ਾਸਨਿਕ ਕਮੀਆਂ ਰਹਿ ਗਈਆਂ, ਬੜੀ ਇਹਨਾਂ ਨੇ ਨਲਾਇਕੀ ਕੀਤੀ ਸੀ। ਪ੍ਰਧਾਨ ਮੰਤਰੀ ਸਾਹਿਬ ਆਉਣ ਤੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ। ਤੇ ਕੱਲ ਜਦੋਂ ਆਏ ਤੇ ਬੜਾ ਲੋਕਾਂ 'ਚ ਚੰਗਾ ਸੁਨੇਹਾ ਗਿਆ, ਬੜੇ ਅੱਛੇ ਉਹ ਮੈਸੇਜ ਦੇ ਕੇ ਗਏ। ਉਹਨਾਂ ਨੇ ਇਹੀ ਕਿਹਾ ਕਿ ਆਪਾਂ ਪੰਜਾਬ ਨੂੰ ਮੁੜ ਲੀਆਂ ਤੇ ਲਿਆਈਏ, ਕਰਜ਼ਾ ਮੁਕਤ ਕਰੀਏ। ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਸਾਡੇ ਤੇ ਬੋਝ ਆ। ਦੇਖੋ ਸਭ ਤੋਂ ਜ਼ਿਆਦਾ ਬੋਝ ਇਸ ਚੀਜ਼ ਦਾ ਹੁੰਦਾ ਜਦੋਂ ਘਰ ਦੇ ਹੈੱਡ ਨੂੰ ਇਹ ਹੋਵੇ ਕਿ ਮੇਰੇ ਤੇ ਕਰਜ਼ਾ ਹੀ ਬਹੁਤ ਹੈ, ਤੇ ਸਾਰੇ ਫਿਰ ਜਿਤਨੇ ਵੀ ਇਹਨੂੰ ਇੱਕ ਘਰ ਮੰਨੀਏ, ਇੱਕ ਪਰਿਵਾਰ ਮੰਨੀਏ ਪੰਜਾਬ ਨੂੰ, ਤਾਂ ਆਪਣੇ ਸਿਰ ਤੇ ਸਾਰਿਆਂ ਦੇ ਬੋਝ ਆ। ਉਹਨਾਂ ਨੇ ਕਿਹਾ ਕਰਜ਼ਾ ਮੁਕਤ ਕਰਦੇ ਹਾਂ, ਫਿਰ ਨਸ਼ਿਆਂ ਦਾ ਵੀ ਥੋੜ੍ਹਾ ਪਾਉਣੇ ਨਕੇਲ, ਜੋ ਤੁਸੀਂ ਚਾਹੋਗੇ ਇਨਫਰਾਸਟ੍ਰਕਚਰ ਤੋਂ ਲੈ ਕੇ ਜੋ ਚਾਹੋਗੇ ਉਹ ਹੋਏਗਾ। ਅੱਜ ਕੱਲ੍ਹ ਗੀਤ ਵੀ ਬੜੇ ਸੁਣਾਏ ਸਟੇਜ ਉੱਤੇ ਤੁਸੀਂ, ਮੈਂ ਚਾਹੂੰਗਾ ਅੱਜ ਵੀ ਕੋਈ 2 ਸ਼ਬਦ ਜ਼ਰੂਰ ਸੁਣਾਓ। ਹਾਂਜੀ, ਨਹੀਂ ਮੈਂ ਗਾਣੇ ਗੁਣੇ ਤੋਂ ਮੇਰੀ ਮਜਬੂਰੀ ਸੀ ਕਿ ਕੱਲ ਕੋਈ ਮਾਹੌਲ ਹੀ ਐਸਾ ਬਣ ਗਿਆ ਸੀ। ਮੈਂ ਤੁਹਾਨੂੰ ਪਤਾ ਹੀ 10-12 ਸਾਲ ਤੋਂ ਹੁਣ ਸੁਣਦਾ ਹੀ ਹਾਂ ਜ਼ਿਆਦਾ। ਗਾਣੇ ਤੇ ਕੀ ਆਪਾਂ ਗੱਲਬਾਤ ਕਰਦੇ ਹਾਂ, ਗੱਪਸ਼ਪ ਲਾਉਂਦੇ। ਵਿਰੋਧੀ ਵੀ ਵਿਕਰਮ ਸਿੰਘ ਮਜੀਠੀਆ ਵੀ ਤੁਹਾਡੇ ਗੀਤ ਗਾ ਕੇ ਤੇ ਵਿਰੋਧੀਆਂ ਦੇ ਨਿਸ਼ਾਨੇ ਸਾਧ ਰਹੇ ਸੀ ਬੀਤੇ ਦਿਨ। ਕੋਈ ਵਿਰੋਧੀ ਨਹੀਂ ਹੁੰਦਾ, ਇਲੈਕਸ਼ਨ 'ਚ ਪਿਆਰ ਬਣਿਆ ਰਹਿਣਾ ਚਾਹੀਦਾ। ਦਿਲੋਂ ਕਦੀ ਵੀ ਮੈਂ ਇਹ ਨਹੀਂ ਮਹਿਸੂਸ ਕਰਦਾ ਕਿ ਕੋਈ ਕਿਸੇ ਦਾ ਵਿਰੋਧੀ ਆ। ਹਾਂ, ਵਿਚਾਰਕ ਤੌਰ 'ਤੇ ਵਿਰੋਧੀ ਆ, ਆਈਡੀਓਲੋਜੀ ਅਲੱਗ ਹੋ ਸਕਦੀ ਪਾਰਟੀ ਦੀ। ਬਾਕੀ ਅਸੀਂ ਇੱਕ ਦੂਜੇ ਦਾ ਹਾਲ ਚਾਲ ਵੀ ਪੁੱਛਣਾ ਚਾਹੀਦਾ, ਗੀਤ ਗਾਣੇ ਵੀ ਸ਼ੇਅਰ ਕਰਨੇ ਚਾਹੀਦੇ ਆ, ਕੁਝ ਗੱਲਾਂ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ, ਕੋਈ ਸਾਡਾ ਕੋਈ ਇਹ ਆਪਸ ਵਿੱਚ ਵਾਦ ਸੰਵਾਦ ਚੱਲਦੇ ਰਹਿਣਾ ਚਾਹੀਦਾ। ਇੰਟਰੈਕਸ਼ਨ ਦੇ ਵਿੱਚ ਕੋਈ ਵੀ ਮੇਰਾ ਕੋਈ ਇਹ ਨਹੀਂ ਕਹਿ ਸਕਦਾ ਕਿ ਮੂਲ ਰੂਪ ਵਿੱਚ ਇਹ ਮੇਰਾ ਹੀ ਆ। ਇੱਦਾਂ ਹੀ ਸੁਣ ਗਿਣ ਕੇ ਇੱਕ ਦੂਜੇ ਤੋਂ ਅਸਰ ਲੈ ਲਈਦਾ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ੍ਹ ਕਿਹਾ, ਕਹਿੰਦੇ ਮੇਰਾ PM ਦੀ ਰੈਲੀ ਕਰਕੇ ਇਹਨਾਂ ਨੇ ਮੇਰਾ ਸਾਜ਼ਿਸ਼ ਦੇ ਤਹਿਤ ਮੇਰਾ ਜਹਾਜ਼ ਨਹੀਂ ਉੱਡਣ ਦਿੱਤਾ ਤੇ ਮੈਂ ਰਾਹੁਲ ਗਾਂਧੀ ਉਹਨਾਂ ਦੀ ਰੈਲੀ 'ਚ ਨਹੀਂ ਪਹੁੰਚ ਸਕਦਾ। ਨਹੀਂ, ਕੋਈ ਸਾਜ਼ਿਸ਼ ਨਹੀਂ। ਉਹਨਾਂ ਨੂੰ ਮੇਰਾ ਖਿਆਲ ਅਜੇ ਤੱਕ ਸਮਝ ਨਹੀਂ ਆਈ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਨੋ ਫਲਾਈ ਜ਼ੋਨ ਹੁੰਦਾ ਹੈ, ਜਦੋਂ ਪ੍ਰਾਈਮ ਮਿਨਿਸਟਰ ਦੀ ਫਲਾਈਟ ਆਉਂਦੀ ਆ, ਜਾਂ ਉਹ ਪਹਿਲਾਂ ਉੱਥੇ ਰਾਬਤਾ ਕਰ ਲੈਂਦੇ। ਉਹਨਾਂ ਨੂੰ ਪਤਾ ਹੀ ਨਹੀਂ ਹੈ, ਅਜੇ ਸਿਸਟਮ ਦਾ ਨਹੀਂ ਪਤਾ ਲੱਗਾ, ਨਵੇਂ ਆ ਨਾ, ਉਹਨਾਂ ਨੂੰ ਸਿਸਟਮ ਦਾ ਨਹੀਂ ਪਤਾ ਲੱਗਾ। ਜਦੋਂ ਮੋਦੀ ਸਾਹਿਬ ਉੱਥੇ CM ਸੀਗੇ, ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਸੀ, ਉਹਨਾਂ ਨੂੰ ਵੀ ਰੁਕਣਾ ਪਿਆ ਸੀ। ਪ੍ਰਧਾਨ ਮੰਤਰੀ ਵੀ ਕੱਲ੍ਹ ਕਹਿ ਗਏ, ਕਹਿੰਦੇ ਮੈਂ ਦੇਵੀ ਤਲਾਬ ਮੰਦਿਰ ਜਾਣਾ ਸੀਗਾ, ਉੱਥੇ ਨਤਮਸਤਕ ਹੋ ਕੇ ਆਉਣਾ ਸੀਗਾ, ਪੰਜਾਬ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਝੱਲਿਆ ਨਹੀਂ ਇਸ ਗੱਲ ਨੂੰ, ਮੈਨੂੰ ਜਾਣ ਨਹੀਂ ਦਿੱਤਾ। ਦੇਖ ਲਓ ਹਾਲ ਇਹਨਾਂ ਦਾ, ਪਹਿਲਾਂ ਫਿਰੋਜ਼ਪੁਰ ਰੁਕਿਆ, ਹੁਣ ਉਹ ਕੱਲ੍ਹ ਮੱਥਾ ਟੇਕਣ ਜਾਣਾ ਚਾਹੁੰਦੇ ਸੀਗੇ, ਤੇ ਇੱਕ ਗੁਰੂ ਘਰ ਵੀ ਜਾਣਾ ਸੀ, ਦੇਵੀ ਤਲਾਬ ਮੰਦਿਰ ਵੀ ਜਾਣਾ ਸੀ। ਇਹਨਾਂ ਨੇ ਹੱਥ ਖੜੇ ਕਰਤੇ ਜੀ, ਸੁਰੱਖਿਆ ਨਹੀਂ ਦੇ ਰਿਹਾ। ਬਹੁਤ ਬੁਰੀ ਹਾਲਤ ਹੈ ਪੰਜਾਬ ਦੀ, ਅਸੁਰੱਖਿਅਤ ਆ। ਤੇ ਹੁਣ ਚਾਹੀਦਾ ਇਹ ਆ ਕਿ ਮਜ਼ਬੂਤ ਹੱਥਾਂ 'ਚ ਪੰਜਾਬ ਆਵੇ, ਲਾਅ ਐਂਡ ਆਰਡਰ ਤੋਂ ਲੈ ਕੇ ਬਾਕੀ ਜਿਹੜਾ ਸਾਰਾ ਹੀ ਸਿਸਟਮ ਹਿੱਲਿਆ ਹੋਇਆ ਨਾ, ਤੇ ਟੈਂਪਰੇਰੀ ਜਾਂ ਥੋੜ੍ਹੀ ਦੇਰ ਲਈ ਲੋਕ ਜਿਹੜੇ ਆਏ ਆ, ਉਹਨਾਂ ਅੱਗੇ ਮੈਂ ਇਹੀ ਦੁਆ ਕਰੂੰਗਾ ਕਿ ਆਪਣੇ ਆਪ ਨੂੰ ਸਥਿਰ ਅਗਰ ਕਰਨਾ, ਪੱਕੇ ਅਗਰ ਇਹਨਾਂ ਕੁਰਸੀਆਂ 'ਤੇ ਜੰਮਣਾ, ਤੇ ਕੰਮ ਕਰਨਾ ਵੀ, ਕੰਮ ਵੀ ਸਿੱਖੋ, ਗਵਰਨੈਂਸ ਸਿੱਖੋ। ਮਤਲਬ ਗਵਰਨੈਂਸ ਕੀ ਹੁੰਦੀ ਆ, ਸਿਸਟਮ ਕੀ ਹੁੰਦਾ, ਕੋਆਰਡੀਨੇਸ਼ਨ ਕੀ ਹੁੰਦੀ, ਔਰ ਪ੍ਰੋਟੋਕੋਲ ਦੇ ਮਾਇਨੇ ਕੀ ਆ। ਅੱਛਾ, ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਚੱਲਿਆ, 750 ਤੋਂ ਉੱਪਰ ਕਿਸਾਨਾਂ ਦੀਆਂ ਜਾਨਾਂ ਗਈਆਂ, ਉਸ ਰੋਹ ਤੋਂ ਬਾਅਦ ਅਜੇ ਵੀ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ BJP ਦਾ। ਲੱਗਦਾ ਇਸ ਚੀਜ਼ ਤੋਂ ਨਿਕਲ ਪਾਏਗੀ BJP ਚੋਣਾਂ ਦੇ ਵਿੱਚ? ਬ੍ਰਦਰ, ਜਿੱਥੇ ਤੱਕ ਜਾਨਾਂ ਗਈਆਂ ਦਾ ਸਵਾਲ ਆ, ਉਹ ਤਾਂ ਜਿਹੜਾ ਜੀਂਦਾ ਬੰਦਾ, ਜਿਹਦੇ ਆਪਣੇ ਧੀ ਪੁੱਤ ਨੇ, ਭੈਣ ਭਾਈ ਨੇ, ਉਹ ਤਾਂ ਤਕਲੀਫ 'ਚ ਹੀ ਆ। ਕੋਈ ਕਿਸੇ ਨੂੰ ਚੰਗਾ ਨਹੀਂ ਲੱਗਾ। ਇੱਕ ਇਨਸਾਨ ਦਾ ਜਾਣਾ ਵੀ ਪੂਰੀ ਦੁਨੀਆ ਦੇ ਵਿੱਚ ਸੋਗ ਮਨਾਉਣਾ ਚਾਹੀਦਾ। ਤੇ ਉਹ ਤਾਂ ਇੰਨੀਆਂ ਜਾਨਾਂ ਗਈਆਂ, ਲੇਕਿਨ ਉੱਥੋਂ ਭੰਗੜਾ ਪਾਉਂਦੇ ਆਏ ਆ। ਉਹਨਾਂ ਨੂੰ ਇਹ ਪਤਾ ਕਿ ਸਾਡਾ ਸਾਰਾ ਸਮਝੌਤਾ ਹੋ ਗਿਆ, ਕਾਨੂੰਨ ਜਿਹੜੇ ਕਹਿੰਦੇ ਸੀ ਨਹੀਂ ਠੀਕ, ਉਹ ਵਾਪਸ ਲੈ ਲਿਆ, ਬਾਕੀ ਸ਼ਰਤਾਂ ਸਾਰੀਆਂ ਮੰਨ ਰਿਹਾ। ਹੁਣ ਤਾਂ ਕੋਈ ਰੌਲਾ ਹੀ ਨਹੀਂ ਰਹਿ ਗਿਆ। ਇਹ ਜਿਹੜੇ ਵਿਰੋਧ ਕਰਦੇ ਉਹ ਕਿਸਾਨ ਬਿਲਕੁਲ ਨਹੀਂ, ਕਿਸਾਨ ਤਾਂ ਖੁਦ ਇਲੈਕਸ਼ਨ ਲੜ ਰਹੇ ਆ। ਇਹ ਹੈਗੇ ਚੋਲਾ ਪਾ ਲੈਂਦੇ ਆ, ਕੱਪੜੇ ਪਾ ਲੈਂਦੇ ਆ ਕਿਸਾਨਾਂ ਦੇ, ਵਰਨਾ ਇਹ ਹੈ ਬੰਦੇ ਦੂਸਰੀਆਂ ਪਾਰਟੀਆਂ ਦੇ। ਕੱਲ੍ਹ ਦੀ ਰੈਲੀ ਨੂੰ ਲੈ ਕੇ ਵਿਰੋਧੀ ਇਹ ਵੀ ਲਗਾਤਾਰ ਕਹਿ ਰਹੇ, ਕਹਿੰਦੇ ਦਿਹਾੜੀ ਤੇ ਬੰਦੇ ਲਿਆ ਕੇ ਇਕੱਠ ਕੀਤਾ, ਇਹਨਾਂ ਦੇ ਇੱਕ ਵਕਾਰ ਦਾ ਸਵਾਲ ਬਣ ਗਿਆ ਸੀਗਾ ਵੀ ਜੇ ਹੁਣ ਕੁਰਸੀਆਂ ਖਾਲੀ ਰਹਿ ਗਈਆਂ ਤਾਂ ਫਿਰ ਪੈਰ ਜੰਮਣੇ ਨਹੀਂ ਪੰਜਾਬ। ਆਹੋ, ਇਹਨਾਂ ਦੇ ਦਿਹਾੜੀ ਵਾਲੇ ਤੇ ਲਿਆਉਂਦੇ ਨਾ, ਇਹ ਸਾਰੇ ਭੁੱਕੀਆਂ ਪੱਕੀਆਂ ਬਣਦੇ ਪਏ। ਇਹਨਾਂ ਨੂੰ ਆਪਣੇ ਵਰਗੇ ਲੱਗਦੇ ਆ। ਉਹਦਾ ਕਰੇਜ਼ ਹੀ ਇੰਨਾ ਆ, ਉਹ ਤਾਂ ਜਿੱਥੇ ਜਾਵੇ ਪ੍ਰਧਾਨ ਮੰਤਰੀ ਦਾ ਕਰੇਜ਼ ਹੀ ਇੰਨਾ, ਦੁਨੀਆ ਸਾਂਭੀ ਨਹੀਂ ਜਾਂਦੀ। ਮੈਂ ਤਾਂ ਫਿਰੋਜ਼ਪੁਰ ਵੀ ਕਿਹਾ ਸੀ, ਮੈਂ ਕਿਹਾ ਰੋਕੋ ਨਾ, ਫਿਰ ਦੇਖਿਓ ਭਾਵੇਂ ਮੀਂਹ ਆਵੇ, ਤੂਫਾਨ ਆਵੇ, ਇੱਥੇ ਲੋਕ ਸਾਂਭ ਨਹੀਂ ਹੋਣੇ। ਕੱਲ੍ਹ ਜਿੰਨੇ ਅੰਦਰ ਸੀ ਉਨੇ ਬਾਹਰ ਸੀਗੇ, ਤਿਲ ਸਿੱਟਣ ਲਈ ਜਗ੍ਹਾ ਨਹੀਂ ਸੀ। ਜੀ,
ਗੁਰਮੀਤ ਰਾਮ ਰਹੀਮ ਡੇਰਾ ਮੁਖੀ ਨੂੰ ਚੋਣਾਂ ਦੇ ਦਿਨਾਂ ਦੇ ਵਿੱਚ ਫਰਲੋ ਮਿਲਣੀ ਲਗਾਤਾਰ ਸਿੱਧੇ ਤੌਰ ਦੇ ਉੱਤੇ ਵਿਰੋਧੀ ਕਹਿੰਦੇ ਨੇ ਬੀਜੇਪੀ ਨੇ ਆਪ ਹੀ ਬਾਹਰ ਲਿਆਂਦਾ ਵੋਟਾਂ ਦੇ ਲਈ। ਨਹੀਂ, ਉਹ ਆਪੇ ਹੀ ਅੰਦਰ ਗਏ ਸੀ। ਕਾਨੂੰਨ ਨੇ ਕਾਨੂੰਨਨ ਤੌਰ ਤੇ ਜੋ ਉਹਨਾਂ ਨੇ ਅਪਲਾਈ ਕੀਤਾ ਹੋਏਗਾ, ਇਹ ਦੇਖੋ ਜੁਡੀਸ਼ਰੀ ਦਾ ਮਾਮਲਾ ਹੈ, ਲਾਅ ਦਾ ਮਾਮਲਾ, ਇਹਦੇ 'ਚ ਮੈਂ ਕੁਝ ਨਹੀਂ ਬੋਲਣਾ। ਬੀਜੇਪੀ ਨੇ ਕੀ ਲੈਣਾ ਦੇਣਾ ਇਹਦੇ 'ਚੋਂ। ਵਿਰੋਧੀਆਂ ਨੂੰ ਕਿਵੇਂ ਦੇਖ ਰਹੇ ਹੋ? ਚਰਨਜੀਤ ਸਿੰਘ ਚੰਨੀ ਕਹਿੰਦੇ ਦਲਿਤ ਰਿਪਰੈਜ਼ੈਂਟੇਸ਼ਨ ਮਿਲੀ ਹੈ, ਸਮਾਜ ਨੂੰ ਪਹਿਲੀ ਵਾਰੀ ਸੀਐਮ ਐਲਾਨਿਆ, ਬਣਾਇਆ ਵੀ ਔਰ ਐਲਾਨ ਵੀ ਦਿੱਤਾ ਅੱਗੇ, ਕਿਵੇਂ ਦੇਖ ਰਹੇ ਹੋ? ਚੰਗੀ ਗੱਲ ਹੈ, ਉਹ ਬਣੇ, ਬੜੀ ਚੰਗੀ ਗੱਲ ਹੈ। ਅੱਗੋਂ ਐਲਾਨ ਦਿੱਤਾ ਤਾਂ ਵੀ ਚੰਗੀ ਗੱਲ ਆ। ਮੇਰੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਆ, ਪਰ ਹੁਣ ਕੰਮ ਕੁੰਮ ਵੀ ਸਿੱਖ ਲੈਣ ਕਰਨਾ ਥੋੜ੍ਹਾ ਬਹੁਤਾ, ਅਤੇ ਲੱਗਣ ਵੀ ਸੀਐਮ। ਕਹਿੰਦੇ ਮੈਂ ਜੇ ਮੈਂ ਮੰਜੇ ਬੁਣਦਾ ਤੇ ਮੈਂ ਇਹ ਦੱਸਦਾ ਵੀ ਮੈਂ ਆਮ ਘਰ ਦਾ, ਮੈਨੂੰ ਉਹ ਕੰਮ ਮੈਂ ਕਰਕੇ ਉਸ ਗਰੀਬੀ ਲੈਵਲ ਤੋਂ ਉੱਠ ਕੇ, ਮੈਂ ਟੈਂਟਾਂ ਦਾ ਕੰਮ ਵੀ ਕੀਤਾ, ਮੈਂ ਉਸ ਗਰੀਬੀ ਲੈਵਲ ਤੋਂ ਉੱਠ ਕੇ ਫਿਰ ਇੱਥੇ ਤੱਕ ਪਹੁੰਚਿਆ। ਕਾਂਗਰਸ ਇੱਦਾਂ ਦੀ ਪਾਰਟੀ ਹੈ ਜਿਹੜੀ ਇੰਨੇ ਨੀਵੇਂ ਪੱਧਰ ਤੋਂ ਲੈ ਕੇ ਇੰਨੀ ਉੱਚੀ ਕੁਰਸੀ ਤੱਕ ਬਿਠਾ ਸਕਦੀ। ਦੇਖੋ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਮੈਂ ਜਿੱਥੋਂ ਉੱਠਿਆ ਉੱਥੋਂ ਉੱਠਣਾ ਮੁਸ਼ਕਿਲ ਆ, ਲੇਕਿਨ ਜਦੋਂ ਮੈਂ ਉਸ ਸਮਾਜ ਨੂੰ ਵੀ ਉੱਥੋਂ ਉਠਾ ਦਾਂਗਾ ਫਿਰ ਮੈਂ ਦਾਅਵਾ ਕਰੂੰਗਾ ਕਿ ਮੈਂ ਗਰੀਬ ਦਾ ਪੁੱਤ ਹਾਂ। ਮੈਂ ਤਾਂ ਕਰੋੜਾਂਪਤੀ ਹੋ ਗਿਆ, ਹਾਲਾਂਕਿ ਸਿਆਸਤ 'ਚ ਮੈਂ ਉੱਜੜਿਆ, ਲੇਕਿਨ ਗਾਣਾ ਗੁਣਾ ਗਾ ਕੇ ਵਾਹਵਾ ਪੈਸੇ ਬਣਾਏ। ਲੇਕਿਨ ਜਦੋਂ ਮੈਂ ਆਪਣੇ ਸਮਾਜ ਲਈ, ਆਪਣੇ ਭਾਈਚਾਰੇ ਲਈ, ਆਪਣੇ ਕੁਣਬੇ ਲਈ ਕੁਛ ਕਰਾਂਗਾ ਫਿਰ ਮੈਂ ਦਾਅਵਾ ਕਰ ਸਕਦਾ। ਜੇ ਤੁਸੀਂ ਟੈਂਟ ਲਾਉਂਦੇ ਰਹੇ ਹੋ ਜਾਂ ਮੰਜੇ ਮੁੰਜੇ ਬੁਣਦੇ ਰਹੇ ਹੋ ਜਾਂ ਝੋਕਦੇ ਵੀ ਰਹੇ ਹੋ, ਇਹ ਉਹ ਸਮੇਂ ਦਾ ਕੰਮ ਸੀਗਾ। ਹੁਣ ਬਾਕੀਆਂ ਨੂੰ ਉਠਾਓ ਨਾ, ਉਹ ਤਾਂ ਉਹੀ ਖੋਰੀ ਖੋਤ ਰਿਹਾ, ਅਤੇ ਤੁਸੀਂ ਤਾਂ ਹੁਣ ਅਰਬਾਂਪਤੀ ਆ, ਕਰੋੜਾਂਪਤੀ ਵੀ ਨਹੀਂ। ਅਤੇ ਹੁਣ ਮੈਂ ਦਾਅਵਾ ਕਰਾਂ ਕਿ ਮੈਂ ਬਹੁਤ ਪਛੜਿਆ ਹੋਇਆ, ਮੈਂ ਨੰਬਰ 1 ਹਾਂ। ਮੈਂ ਕਿਸੇ ਗੱਲੋਂ ਘੱਟ ਨਹੀਂ, ਮੈਂ ਕੋਈ ਬੈਨੀਫਿਟ ਨਹੀਂ ਲੈਣਾ ਚਾਹੁੰਦਾ। ਬਾਬਾ ਭੀਮ ਰਾਓ ਅੰਬੇਡਕਰ ਸਾਹਿਬ ਨੇ ਵਰਗਾਂ ਦੀ ਗੱਲ ਕੀਤੀ ਸੀ, ਜਾਤਾਂ ਜੂਤਾਂ ਦੀ ਗੱਲ ਨਹੀਂ ਕੀਤੀ। ਗੁਰੂ ਘਰ ਨੇ ਵੀ ਬਰਾਬਰਤਾ ਦਾ ਦਿੱਤਾ। ਬਾਕੀ ਵਾਰੀ ਸਭ ਦੀ ਆਉਣੀ ਚਾਹੀਦੀ ਹੈ, ਇਹਦੇ 'ਚ ਕੋਈ ਹਰਜ ਨਹੀਂ। ਵਾਰੀ ਸਭ ਦੀ ਆਉਣੀ ਚਾਹੀਦੀ ਹੈ, ਗਰੀਬਾਂ ਦੀ ਵਾਰੀ ਆਉਣੀ ਚਾਹੀਦੀ ਹੈ। ਜਿੱਦਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਸਾਰਿਆਂ ਨੂੰ ਅੰਨ, ਸਾਰਿਆਂ ਨੂੰ ਛੱਤ ਮਿਲੇ, ਫਿਰ ਮੈਂ ਪ੍ਰਸੰਨ ਹੁੰਦਾ। ਗੁਰੂ ਵਾਲਮੀਕ ਮਹਾਰਾਜ ਨੇ ਮਾਤਾ ਸੀਤਾ ਨੂੰ ਪਾਲਿਆ ਸੀ, ਬੇਸਹਾਰਾ ਬੱਚਿਆਂ ਨੂੰ ਪਾਲਿਆ ਸੀ। ਔਰ ਇਸੇ ਤਰ੍ਹਾਂ ਗੁਰੂ ਘਰ ਦੀ ਵੀ ਇਹੀ ਤਾਲੀਮ ਆ ਕਿ ਸਭ ਦੇ ਉਹ ਗਰੀਬ ਨਵਾਜ਼ ਸੀਗੇ। ਉਹ ਗਰੀਬਾਂ ਦੇ ਘਰ ਕੋਧਰੇ ਦੀ ਰੋਟੀ ਖਾਂਦੇ ਸੀ, 36 ਪ੍ਰਕਾਰ ਦਾ ਭੋਜਨ ਛੱਡ ਕੇ। ਗੁਰੂ ਨਾਨਕ ਦੇਵ ਜੀ, ਸਾਰੇ ਫਕੀਰਾਂ ਨੇ ਇਹੋ ਕੀਤਾ। ਫਕੀਰਾਂ ਨੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ, ਸੂਫੀਆਂ ਨੇ ਇਹੀ ਸਮਝਾਇਆ ਬਰਾਬਰ ਆ। ਇਹ ਜਾਤਾਂ ਜੂਤਾਂ ਦਾ ਨਾ ਕੋਈ ਰੌਲਾ ਇਹਦੇ ਵਿੱਚ, ਵਾਰੀ ਸਾਰਿਆਂ ਦੀ ਵੈਸੇ ਆਉਣੀ ਚਾਹੀਦੀ ਆ। ਜਿਸ ਤਰੀਕੇ ਨਾਲ ਕਰਨਾਟਕਾ ਤੋਂ ਤਸਵੀਰਾਂ ਆਈਆਂ ਸੀਗੀਆਂ, ਤੁਸੀਂ ਸੁਭਾਵਿਕ ਤੌਰ 'ਤੇ ਗੱਲ ਲਗਾਤਾਰ ਕਹਿੰਦੇ ਹੋ ਕਿ ਜ਼ਾਤ ਪਾਤ ਦਾ ਕੋਈ ਰੌਲਾ ਨਹੀਂ ਹੈ, ਇਨਸਾਨ ਹੋਣਾ ਜ਼ਿਆਦਾ ਜ਼ਰੂਰੀ ਹੈ। ਕਰਨਾਟਕਾ ਦੇ ਵਿੱਚ ਜੇ ਕੋਈ ਹਿਜਾਬ ਪਾ ਕੇ ਜਾ ਰਿਹਾ, ਧੀਆਂ ਭੈਣਾਂ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਉਹ ਚੀਜ਼ਾਂ ਲੱਗਦਾ ਨਹੀਂ ਉਹ ਚੀਜ਼ਾਂ 'ਤੇ ਕੰਟਰੋਲ ਕਰਨਾ ਚਾਹੀਦਾ। ਕੇਂਦਰ ਸਰਕਾਰ ਉੱਥੇ ਕੋਈ ਸਖਤ ਐਕਸ਼ਨ। ਬੁਰੀ ਚੀਜ਼ ਬੁਰੀ ਆ, ਕਰਨਾਟਕਾ 'ਚ ਹੋਵੇ, ਪੰਜਾਬ 'ਚ ਹੋਵੇ, ਕਿਤੇ ਹੋਵੇ। ਮੈਂ ਜਿੱਥੇ ਵੀ ਬੱਚੀਆਂ 'ਤੇ ਕਿਸੇ ਜ਼ੁਲਮ ਹੁੰਦਾ ਜਾਂ ਕੋਈ ਜੇ ਹੋਇਆ, ਮੈਨੂੰ ਇਹਦੇ ਲਈ ਹਾਂ ਦਾ ਨਾਅਰਾ ਮਾਰਨਾ ਚਾਹੀਦਾ, ਔਰ ਹਮੇਸ਼ਾ ਮੈਂ ਮਾਰਿਆ। ਅਤੇ ਜੇ ਕੋਈ ਇਨਜਸਟਿਸ ਹੋਇਆ, ਡਿਸਕ੍ਰਿਮੀਨੇਸ਼ਨ ਹੋਈ ਜ਼ਾਤ ਪਾਤ ਦੇ ਨਾਂ 'ਤੇ, ਅਤੇ ਫਿਰ ਮਾੜੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਪਿਛਲੇ ਪੌਣੇ 5 ਸਾਲ ਸੀਗੀ ਸਰਕਾਰ ਰਹੀ ਪੰਜਾਬ ਦੇ ਵਿੱਚ, ਤੁਹਾਡੇ ਵਿਰੋਧੀ ਸੀਗੇ ਉਸ ਸਮੇਂ ਸਿਆਸੀ ਤੌਰ ਦੇ ਉੱਤੇ ਤੁਹਾਡੀ ਪਾਰਟੀ ਦੇ, ਉਸ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਹੁਣ ਤਾਂ ਤੁਹਾਡੇ ਨਾਲ ਹੈ, ਗਠਬੰਧਨ ਨੇ, ਪਰ ਉਸ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਉਹ ਕਾਰਗੁਜ਼ਾਰੀ ਇਹ ਹੈ ਕਿ ਜਿਹੜੇ 4.5 ਸਾਲ ਇਹਨਾਂ ਦੇ ਵਜ਼ੀਰ ਸੀਗੇ ਅਤੇ ਇਹ ਸਭ ਲੋਕ ਸੀਗੇ, ਇਹਨਾਂ ਨੇ ਚੰਗਾ ਪੈਸਾ ਬਣਾਇਆ। ਰੇਤਾ ਯਾਨੀ ਜੰਗਲਾਂ ਤੋਂ ਵੀ, ਦਰਿਆਵਾਂ 'ਚੋਂ ਵੀ। ਨਸ਼ਾ ਮੁਕਤ ਕਹਿੰਦੀ ਸੀ, ਨਸ਼ਾ ਸਗੋਂ ਵਧਿਆ ਹੈ। ਦੇਖੋ, ਨਸ਼ਾ ਪਤਾ ਕਿੱਦਾਂ ਵਿਕਦਾ? ਪੁਲਿਸ, ਪ੍ਰਸ਼ਾਸਨ ਅਤੇ ਪੋਲੀਟੀਸ਼ੀਅਨ ਅਗਰ ਮਿਲ ਜਾਣ, ਇਹ ਤਿੰਨੇ ਮਿਲ ਜਾਣ, ਅਤੇ ਇਹ ਮਿਲੇ ਹੋਏ ਸੀਗੇ। ਹੁਣ 4.5 ਸਾਲ ਬਾਅਦ ਇਕੱਲੇ ਮਹਾਰਾਜੇ 'ਤੇ ਦੋਸ਼ ਨਾ ਦੇਣ, ਸਾਰੇ ਇੱਕੋ ਜਾਏਗਾ। ਹੁਣ ਤਾਂ ਜਗਜ਼ਾਰ ਹੋ ਰਿਹਾ ਸਾਰਿਆਂ ਨੂੰ। ਉਹਨਾਂ ਨੇ ਤਾਂ ਲਾਂਭੇ ਤਾਂ ਕੀਤਾ, ਕਹਿੰਦੇ ਕੰਮ ਕਰਨ ਨਹੀਂ ਦਿੱਤਾ ਅਤੇ ਨਾ ਇਹਨਾਂ ਨੇ ਆਪ ਕੀਤਾ, ਇਸ ਕਰਕੇ ਕਹਿੰਦੇ ਇਹਨਾਂ ਨੂੰ ਕੁਰਸੀ ਤੋਂ ਲਾਇਆ ਅਤੇ ਬੀਜੇਪੀ ਆਪਣੇ ਨਾਲ ਹੈ। ਮਜ਼ਾ ਤਾਂ ਸੀ ਜੇ 2-4 ਮਹੀਨੇ ਵੇਟ ਕਰਦੇ, ਜੇ ਆਪ ਲਾਂਭੇ ਹੋ ਜਾਂਦੇ ਫਿਰ ਵੀ ਅਸੀਂ ਨਹੀਂ, ਹਕੂਮਤਾਂ ਆਪਣਾ ਰਿਜ਼ਾਈਨ ਕਰ ਦਿੰਦੇ। ਵਜ਼ੀਰੀਆਂ ਭੋਗੀਆਂ, ਕਰੋੜਾਂ ਅਰਬਾਂ ਰੁਪਈਆ ਕਮਾਇਆ, ਹਰ ਤਰ੍ਹਾਂ ਦਾ ਕੰਮ ਕੀਤਾ। 4.5 ਪੌਣੇ 5 ਜਦੋਂ 2-4 ਮਹੀਨੇ ਰਹਿ ਗਏ ਤਾਂ ਐਵੇਂ ਡਰਾਮਾ ਹੀ ਹੈ ਇਹ। ਕਾਂਗਰਸ ਤੁਹਾਨੂੰ ਪਤਾ ਬਹੁਤ ਵੱਡੀ ਡਰਾਮੇਬਾਜ਼ ਪਾਰਟੀ ਹੈ। ਅੱਛਾ, ਈਡੀ ਦਾ ਕਹਿੰਦੇ ਬਹੁਤ ਇਸਤੇਮਾਲ ਕਰਦੀ ਬੀਜੇਪੀ, ਲਗਾਤਾਰ ਸਵਾਲ ਉੱਠਦੇ ਨੇ ਕੇਂਦਰ ਦੇ ਉੱਤੇ। ਕਹਿੰਦੇ ਈਡੀ ਇੱਕ ਐਸਾ ਹਥਿਆਰ ਬਣਾ ਲਿਆ ਬੀਜੇਪੀ ਨੇ, ਜਿਹਦੀ ਮਰਜ਼ੀ ਬਾਂਹ ਮਰੋੜ ਕੇ ਨਾਲ ਲੈ। ਈਡੀ ਦਾ ਮਤਲਬ ਕੀ ਆ? ਹਰਾਮ ਦੀ ਕਮਾਈ ਜਿੱਥੋਂ ਲੱਭੀ ਉਹਨੂੰ ਫੜ ਲਓ ਅਤੇ ਤੁਸੀਂ ਨਾ ਕਮਾਓ। ਮੈਂ ਆਪਣੀ ਗੱਲ ਹੀ ਕਰ ਸਕਦਾ ਕਿ ਜਦ ਮੇਰੇ ਘਰੋਂ ਕੁਛ ਈਡੀ ਆ ਜਾਏ ਜਾਂ ਊਡੀ ਆ ਜਾਏ ਜਾਂ ਕੋਈ ਆ ਜਾਏ, ਜਦ ਮੇਰੇ ਘਰ ਕੋਈ ਪੈਸਾ ਹੀ ਨਹੀਂ ਲੱਭਣਾ
ਤੇ ਫਿਰ ਆਪੇ ਈਡੀ ਚਲ ਜਾਊਗੀ ਵਾਪਸ, ਮੈਨੂੰ ਡਰਨ ਦੀ ਕੀ ਲੋੜ ਹੈ। ਉਹੀ ਡਰੇ ਨਾ ਜਿਹੜਾ ਹਰਾਮ ਦੀ ਕਮਾਈ ਖਾਂਦਾ। ਬੀਜੇਪੀ ਦੇ ਕੋਲ ਛੜੀ ਕਿਹੜੀ ਹੈ? ਨਿਤ ਜੁਆਇਨਿੰਗ ਕਰਵਾ ਰਹੇ ਹੋ, ਵੱਡੇ ਵੱਡੇ ਐਕਟਰ ਵੀ ਤੁਹਾਡੇ ਨਾਲ ਆ ਜਾਂਦੇ ਨੇ, ਵੱਡੇ ਵੱਡੇ ਕਲਾਕਾਰ ਵੀ ਆ ਜਾਂਦੇ ਨੇ, ਕਿਹੜੀ ਛੜੀ ਹੈ? ਵਾਕਿਆ ਬਾਂਹ ਮਰੋੜਦੇ ਹੋ? ਨਹੀਂ, ਕੋਈ ਬਾਂਹ ਨਹੀਂ ਮਰੋੜਦਾ। ਇੱਥੇ ਤਾਂ ਲਾਈਨ ਲੱਗੀ ਹੋਈ ਹੈ ਸ਼ਾਮਲ ਹੋਣ ਵਾਲੇ। ਅਜੇ ਤੱਕ ਹੁਣ ਦਿਨ ਥੋੜ੍ਹੇ ਰਹਿ ਗਏ, ਹੁਣ ਤਾਂ ਖੈਰ ਟਿਕਟਾਂ ਟੁਕਟਾਂ ਵੀ ਨਹੀਂ ਮਿਲਣੀਆਂ, ਤਾਂ ਵੀ ਦੇਖੋ ਇੰਨੇ ਆ ਰਹੇ ਲੋਕ। ਨਹੀਂ, ਕੋਈ ਛੜੀ ਨਹੀਂ, ਮੁਹੱਬਤ ਦੀ ਹੈ। ਜਿੱਦੇ ਮਨ ਚਲੇ ਦਾ ਸੌਦਾ, ਜਿੱਧਰ ਜਿਹਦਾ ਦਿਲ ਕਰਦਾ ਜੁਆਇਨ ਕਰ ਲਵੇ। ਤੁਸੀਂ ਦੇਖਿਆ ਨਹੀਂ, ਅੱਜ ਜੁਆਇਨ ਕਰਦੇ, ਕੱਲ੍ਹ ਛੱਡ ਵੀ ਦਿੰਦੇ, ਫਿਰ ਕੱਲ੍ਹ ਪਰਸੋਂ ਨੂੰ ਫਿਰ ਆ ਜਾਂਦੇ। ਐਸਾ ਸਿਆਸਤ ਕਿਸ ਪੱਧਰ ਤੱਕ ਇਹ ਲੱਗਦਾ ਨਹੀਂ ਵੀ ਸਿਆਸਤ ਦੇ ਵਿੱਚ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਅੱਜ ਬੀਜੇਪੀ ਦੇ ਕੋਲ ਗਏ ਆ, ਇੱਕ ਪਾਰਟੀ ਛੱਡ ਕੇ ਪਰਸੋਂ ਫਿਰ ਉੱਧਰ ਚਲ ਗਏ, ਚੌਥੇ ਦਿਨ ਫਿਰ ਇੱਧਰ ਆ ਗਏ? ਨਹੀਂ, ਸਿਆਸਤ ਦਾ ਨਹੀਂ ਕੋਈ ਕਸੂਰ। ਇਨਸਾਨਾਂ ਦੇ ਹੁਣ ਇਹ ਐਕਚੁਅਲੀ ਬਿਜ਼ਨਸ ਬਣ ਗਿਆ ਆ। ਹਾਂ, ਬਿਜ਼ਨਸ ਹੈ, ਤਜਾਰਤ ਹੈ। ਜਿਨ੍ਹਾਂ ਨੇ ਕੰਮ ਕਰਨਾ, ਬਿਜ਼ਨਸ ਕਰਨਾ, ਉਹ ਫਿਰ ਛੱਡ ਦਿੰਦੇ ਆ ਜਲਦੀ ਜਲਦੀ। ਅਤੇ ਮੈਨੂੰ ਹੈਰਾਨੀ ਹੁੰਦੀ ਹੈ ਅੱਜ ਦੇ ਇਨਸਾਨ ਨੂੰ ਦੇਖ ਕੇ। ਮੈਂ ਪਾਰਟੀ ਛੱਡੀ ਸੀ, 10 ਸਾਲ ਇੱਕ ਪਾਰਟੀ 'ਚ ਕੰਮ ਲਾਏ, ਲੇਕਿਨ ਜਦੋਂ ਮੇਰੀ ਟਿਕਟ ਕੱਟੀ ਗਈ ਉਦੋਂ ਨਹੀਂ ਛੱਡੀ। ਬਾਅਦ 'ਚ ਫਿਰ 5 ਸਾਲ ਲਾਏ, ਟਿਕਟ ਕੱਟੀ ਹੋਣ ਤੋਂ ਬਾਅਦ ਵੀ। ਫਿਰ ਛੱਡ ਦਿਓ। ਰਾਜ ਸਭਾ ਜਦੋਂ ਕੈਂਸਲ ਹੋ ਗਈ, ਫਿਰ ਕੰਪੇਨ ਕੀਤੀ ਕੈਂਸਲ ਹੋਣ ਤੋਂ ਬਾਅਦ, ਫਿਰ ਛੱਡ ਦਿੱਤੀ ਮੈਂ। ਇਹ ਨਹੀਂ ਕਿ ਅੱਜ ਟਿਕਟ ਕੱਟੀ ਗਈ, ਪਾਰਟੀ ਬਦਲ ਲਓ, ਪਰਸੋਂ ਨੂੰ ਮਿਲ ਗਈ, ਉਹ ਬਦਲ ਲਓ, ਇਹ ਬਦਲ ਲਓ। ਇਹ ਨਹੀਂ ਠੀਕ ਹੋਣਾ ਚਾਹੀਦਾ। ਸਿਆਸਤਦਾਨ ਟਿਕਟ ਦੀ ਦੌੜ ਦੇ ਪਿੱਛੇ ਹੀ ਰਹਿੰਦਾ ਹਮੇਸ਼ਾ, ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਟਿਕਟ ਨਹੀਂ ਮਿਲਦੀ ਅਗਲੇ ਦਿਨ ਹੀ ਜਾ ਕੇ ਅੱਜ ਤਾਂ ਜਿਹੜੇ ਹੁਣ ਦਾ ਸਿਨੈਰੀਓ ਉਹ ਤਾਂ ਇਹੀ ਹੈ ਵੀ ਜਿਹਨੂੰ ਟਿਕਟ ਨਹੀਂ ਮਿਲਦੀ ਬੀਜੇਪੀ ਦੇ ਵਿੱਚ ਜਾ ਕੇ ਰਲ ਜਾਂਦਾ। ਅਤੇ ਐਮਐਲਏ ਬਣਨਗੇ ਅਤੇ ਕਮਾਈਆਂ ਹੋਣਗੀਆਂ। ਟਿਕਟ ਦਾ ਮਤਲਬ ਹੈ ਐਮਐਲਏ ਦਾ ਮਤਲਬ ਪੈਸੇ ਪੂਸੇ ਬਣਾਉਣੇ, ਜਮੂਨਾਂ ਕਮਾਉਣੀਆਂ, ਲੈਣੀਆਂ, ਜਾਇਦਾਦਾਂ ਬਣਾਉਣੀਆਂ। ਪਰ ਫਾਇਦਾ ਕੀ ਜੇ ਬੇਨਾਮੀ ਲਈ। ਹੁਣ ਜਿੱਦਾਂ ਅਸੀਂ ਗਾਉਂਦੇ ਸੀ, ਸਾਡੀ ਕਮਾਈ ਦੀ ਵੀਡੀਓ ਬਣਦੀ ਸੀ, ਸਾਨੂੰ ਕੀ ਲੋੜ ਹੈ ਈਡੀ ਤੋਂ ਡਰਨ ਦੀ, ਇਨਕਮ ਟੈਕਸ ਤੋਂ ਡਰਨ ਦੀ? ਜਿਹੜਾ ਆਏਗਾ ਸ਼ਰੇਆਮ ਆ, ਰਜਿਸਟਰੀਆਂ ਸਾਡੇ ਨਾਂ 'ਤੇ ਆ। ਜਿਹੜਾ 10-9 ਦੀ ਕਿਰਤ ਕਰਦਾ ਹੈ, ਉਹਨੂੰ ਕੀ ਲੋੜ ਹੈ ਡਰਨ ਦੀ ਈਡੀ ਵਗੈਰਾ ਤੋਂ? ਅੱਛਾ, ਕਿਸਾਨਾਂ ਨੂੰ ਕਿਉਂ ਕੱਲ੍ਹ ਬੰਦ ਕੀਤਾ ਘਰਾਂ ਦੇ ਵਿੱਚ? ਕਿਸਾਨ ਬੰਦ ਰਹਿੰਦੇ ਆ ਐਵੇਂ। ਬਹੁਤ ਸਾਰੀਆਂ ਤਸਵੀਰਾਂ ਆਈਆਂ, ਬਾਹਰ ਪੁਲਿਸ ਲਗਾ ਦਿੱਤੀ ਗਈ, ਕਹਿੰਦੇ ਸਾਨੂੰ ਘਰਾਂ ਤੋਂ ਬਾਹਰ ਨਹੀਂ ਆਉਣ ਦਿੱਤਾ। ਬਹੁਤ ਸਾਰੀਆਂ ਵੀਡੀਓ ਉਹਨਾਂ ਨੇ ਬੋਲ ਕੇ ਅੰਦਰੋਂ ਪਾਈਆਂ। ਨਹੀਂ, ਇਹ ਡਰਾਮੇ ਹੀ ਆ। ਕਿਸਾਨ ਕਦੀ ਡੱਕੇ ਰਹਿੰਦੇ ਕਿਸੇ ਦੇ? ਕਿਸਾਨ ਇੰਨੇ ਕਮਜ਼ੋਰ ਨਹੀਂ ਹੁੰਦੇ। ਜਿਹੜੇ ਕਿਸਾਨ ਆ, ਹਾਂ, ਜਿਹੜੇ ਕੋਈ ਟਰਬਲ ਮੇਕਰ ਆ, ਉਹਨਾਂ ਦੀ ਅਲੱਗ ਗੱਲ ਹੈ। ਕਿਸਾਨ ਕਿਸੇ ਤੋਂ ਨਹੀਂ ਡੱਕੇ ਰਹਿ ਸਕਦੇ। ਕਿਸਾਨ ਦਾ ਮਤਲਬ ਹੈ ਰੱਬ ਲੋਕ ਰਿਜ਼ਕ ਦਾਤੇ। ਡਰ ਸੀਗਾ ਵੀ ਇਸ ਵਾਰ ਕਿਤੇ ਵਿਰੋਧ ਨਾ ਹੋ ਜਾਏ? ਨਹੀਂ, ਡਰ ਕੋਈ ਨਹੀਂ ਹੁੰਦਾ। ਵਿਰੋਧ ਕਰਨਾ ਹੱਕ ਆ। ਜਿਹੜਾ ਲੀਡਰ ਵਿਰੋਧਤਾ ਤੋਂ ਡਰ ਗਿਆ, ਉਹਨੂੰ ਉਹ ਕਾਹਦਾ ਲੀਡਰ ਹੈ ਬਈ? ਵਿਰੋਧਤਾ ਹੋਣੀ ਚਾਹੀਦੀ ਹੈ, ਡਟ ਕੇ ਹੋਣੀ ਚਾਹੀਦੀ, ਤਾਂ ਕਿ ਪਤਾ ਲੱਗਿਆ ਨੁਕਸ ਹੈ। ਨੁਕਸ ਕੱਢਿਆ ਤੇ ਕੈਂਸਲ ਹੋ ਗਿਆ ਨਾ ਕਾਨੂੰਨ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਭਲੇ ਲਈ ਕੀਤਾ ਸੀ, ਤੁਹਾਨੂੰ ਨਹੀਂ ਪਸੰਦ ਆਇਆ, ਲਓ ਵੀ ਵਾਪਸ ਲੈ ਲੈਣੀ, ਗੱਲ ਖਤਮ ਹੋ ਗਈ। ਬਹੁਤ ਸਾਰੇ ਐਮਪੀ ਹੈ ਜੋ ਟਿਕਟਾਂ ਦੀ ਮੰਗ ਕਰਦੇ ਨੇ। ਤੁਹਾਡਾ ਨਹੀਂ ਦਿਲ ਕਰਦਾ ਮੈਂ ਪੰਜਾਬ ਦੇ ਵਿੱਚ ਲੜਾਂ, ਐਮਐਲਏ ਬਣਾ? ਇੱਕ ਨਵਾਂ ਪਲੇਟਫਾਰਮ ਸੀਗਾ ਬੀਜੇਪੀ ਦੇ ਵਿੱਚ ਆ ਕੇ ਚੋਣ ਲੜਨੀ ਸੀਗੀ ਇੱਥੋਂ, ਤਾਂ ਤੁਸੀਂ ਨਹੀਂ ਕੋਈ ਗੱਲ ਕੀਤੀ? ਜਾਂ ਤੁਹਾਨੂੰ ਕਿਹਾ ਨਹੀਂ ਹਾਂਸੀ ਜੀ ਤੁਸੀਂ ਜਾ ਕੇ ਪੰਜਾਬ 'ਚ ਲੜ ਲਓ, ਹੋ ਸਕਦਾ ਸੀਐਮ ਬਣਾ ਦੇਣ ਤੁਹਾਨੂੰ? ਮੀਡੀਆ ਅੱਜ ਕੱਲ੍ਹ ਬੜਾ ਜਾਗਿਆ ਹੋਇਆ, ਕਿਤਿਓਂ ਵੀ ਖਬਰਾਂ ਕੱਢ ਲਏਗਾ। ਚੈੱਕ ਕਰਿਓ, ਨਾ ਪਹਿਲੀ ਵਾਰੀ ਟਿਕਟ ਮੰਗੀ ਸੀ, ਨਾ ਰਾਜ ਸਭਾ ਮੰਗੀ ਸੀ, ਨਾ ਹੁਣ ਦਿੱਲੀੋਂ ਜਿਹੜੀ ਟਿਕਟ 'ਤੇ ਮੈਂ ਜਿੱਤਿਆ ਮੰਗੀ ਸੀ। ਟਿਕਟ ਨਹੀਂ ਅੱਜ ਤਾਈਂ ਮੈਂ ਮੰਗੀ। ਹੁਣ ਮੈਨੂੰ ਮਿਲਦੀ ਸੀ ਸ਼ਾਮ 84 ਤੋਂ ਵੀ, ਜਿੱਥੋਂ ਚਾਹੁੰਦੇ ਮੈਂ ਲੜ ਸਕਦਾ ਸੀ। ਮੈਂ ਐਮਪੀ ਬਣਿਆ ਹੋਇਆ। ਮੈਂ ਇਸ ਤਰ੍ਹਾਂ ਦਾ ਹੈ ਹੀ ਨਹੀਂ ਕਿ ਇੱਕ ਬਣ ਕੇ ਫਿਰ ਅੱਗੇ ਜਾਣਾ, ਫਿਰ ਅੱਗੇ ਜਾਣਾ, ਅੱਗੇ ਜਾਣਾ। ਇਸ ਦੌੜ 'ਚ ਨਹੀਂ ਮੈਂ ਕਦੀ ਪੈਂਦਾ। ਜਿੱਤੇ ਆ ਉਹਨੂੰ ਪਹਿਲਾਂ ਇੰਜੋਏ ਕਰੀਏ, ਟਰਮ ਪੂਰੀ ਕਰੀਏ, ਪਹਿਲਾਂ ਉਹਨਾਂ ਦਾ ਹੱਕ ਅਦਾ ਕਰੀਏ। ਜਿਨ੍ਹਾਂ ਲੋਕਾਂ ਨੇ ਸਾਨੂੰ ਉੱਥੇ, ਮੈਂ ਉਹਨਾਂ ਨੂੰ ਵਿੱਚੇ ਹੀ ਛੱਡ ਕੇ ਇੱਥੇ ਐਮਐਲਏ ਬਣਿਆ। ਫਾਇਦਾ ਕੀ ਹੈ? ਉੱਥੇ 10 ਐਮਐਲਏ ਥੱਲੇ ਆ, ਥੱਲੇ ਨਹੀਂ, ਮਤਲਬ ਅਸੀਂ ਉਸ ਅਸੈਂਬਲੀ 'ਚ 10 ਐਮਐਲਏ ਆਉਂਦੇ ਆ, ਇੱਕ ਐਮਪੀ ਹੁੰਦਾ। ਮੈਂ ਉਹ ਕਿਉਂ ਛੱਡਾਂ ਬਈ? ਇਹ ਤਾਂ ਪਤਾ ਨਹੀਂ ਕਿਉਂ ਟਿਕਟ ਮੈਂ ਤਾਂ ਨਹੀਂ ਕਦੀ ਅੱਜ ਤਾਈਂ ਮੰਗੀ। ਤੁਸੀਂ ਦੇਖੋ ਨਾ ਮੈਂ ਅੱਗੋਂ ਮੰਗਣੀ ਆ। ਜਦੋਂ ਦਾ ਸਿਆਸਤ 'ਚ ਘਰ ਆ ਕੇ ਅਕਾਲੀ ਦਲ ਬੀਜੇਪੀ ਦੀ ਟਿਕਟ ਮਿਲੀ ਸੀ 2009 'ਚ, ਘਰੋਂ ਹੀ ਆ ਕੇ ਲੈ ਗਏ ਸੀ ਮਹਾਰਾਜਾ ਸਾਹਿਬ, ਕਾਂਗਰਸ ਯਾਨੀ ਰਾਜ ਸਭਾ ਦੇਵਾਂਗੇ। ਘਰੋਂ ਹੀ ਬੈਠੇ ਨੂੰ ਮੈਂ ਉੱਥੇ ਦਿੱਲੀ, ਮੈਨੂੰ ਮੋਦੀ ਸਾਹਿਬ ਨੇ ਇਨਾਇਤ ਕੀਤੀ ਆ। ਕਦੀ ਦੇਖਿਓ ਮੈਂ ਕਦੀ ਨਾ ਅਪਲਾਈ ਕੀਤਾ, ਨਾ ਦਾਅਵਾ ਕੀਤਾ ਟਿਕਟ ਦਾ, ਨਾ ਅੱਗੋਂ ਕਰੂੰਗਾ ਮੈਂ। ਹੁਣ ਨਾ ਮਿਲੇ ਤਾਂ ਮੈਂ ਸਗੋਂ ਸ਼ੁਕਰ ਕਰਦਾ ਹੁੰਦਾ ਟਿਕਟ ਨਹੀਂ ਮਿਲੀ। ਠੀਕ ਹੈ ਯਾਰ, ਆਪਣਾ ਕੰਮ ਕਰੋ। ਸਿਆਸਤ ਤੋਂ ਡਰ ਲੱਗਣ ਲੱਗ ਗਿਆ? ਨਹੀਂ, ਡਰਦਾ ਹੁੰਦਾ ਤਾਂ ਮੈਂ ਐਡਾ ਵਾਰੀਅਰ ਹੁੰਦਾ। ਜਿੱਤਿਆ ਨਹੀਂ, ਜਿੱਤ ਕੇ ਦਿਖਾਇਆ ਨਹੀਂ। ਇੱਦਾਂ ਜਿੱਤਿਆ ਜਿੱਦਾਂ ਯੋਧੇ ਜਿੱਤਦੇ ਹੁੰਦੇ, ਇੰਨੇ ਫਰਕ ਨਾਲ ਕੋਈ ਵੀ ਨਹੀਂ ਜਿੱਤਿਆ। ਡਰ ਦੀ ਨਹੀਂ ਗੱਲ। ਜਿਹੜਾ ਹੁਣ ਐਮਪੀ ਬਣ ਗਿਆ ਤਾਂ ਵਿੱਚੇ ਛੱਡ ਕੇ ਫਿਰ ਐਮਐਲਏ ਬਣਾ ਵਾਏ, ਮੈਂ ਪਿੱਛੇ ਕਿਉਂ ਜਾਵਾਂ? ਸਨੀ ਦਿਓਲ ਮਿਲਦੇ ਨੇ ਤੁਹਾਨੂੰ ਸੰਸਦ ਦੇ ਵਿੱਚ? ਹਾਂ, ਕਦੇ ਜਦੋਂ ਕਿਤੇ ਆਉਂਦਾ ਮਿਲਦਾ। ਉਹਨਾਂ ਨੂੰ ਕਹਿਣਾ ਸੀ ਗੁਰਦਾਸਪੁਰ ਵੀ ਇੱਕ ਅੱਧਾ ਗੇੜਾ ਮਾਰਦਾ। ਉਹ ਆਪ ਸੋਚਣਾ ਚਾਹੀਦਾ। ਉਹ ਸਿਆਣੇ ਆ, ਮੇਰੇ ਤੋਂ ਤਾਂ ਸਿਆਣੇ ਆ, ਮੇਰੇ ਉਹਨਾਂ ਨੂੰ ਕੀ ਕਹਾਂਗਾ? ਉਹ ਲੋਕ ਸਮਝਾਉਣਗੇ।
ਤੁਸੀਂ ਕਦੀ ਕਿਹਾ ਜ਼ਿਕਰ ਕੀਤਾ ਉੱਦਾਂ ਜਦੋਂ ਆਪਸੀ ਗੱਲਬਾਤ ਹੁੰਦੀ ਹੈ ਵੀ ਹਲਕਾ ਪਿੱਛੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਹੈ ਵੀ ਜਾ ਕੇ ਦੇਖਣਾ ਚਾਹੀਦਾ ਜ਼ਰੂਰ, ਜਾਂ ਪਿੱਛੋਂ ਕੰਮਾਂ ਦੀ ਕੋਈ ਸੁੱਧ ਪੁੱਤ ਲੈਣੀ? ਮੈਨੂੰ ਕੀ ਲੋੜ ਹੈ ਕਰਨ ਦੀ? ਆਪਣੇ ਜਿਹੜਾ MP ਬਣਿਆ ਆਪ ਸੋਚੇ। ਐਡਾ ਮੈਂ ਕੋਈ ਐਡਵਾਈਜ਼ਰ ਥੋੜ੍ਹੀ ਹਾਂ ਕਿਸੇ ਦਾ। ਜਦੋਂ ਉਹ ਪੁੱਛੇਗਾ ਕਿੱਦਾਂ ਚੱਲ ਰਿਹਾ, ਮੈਂ ਕਹੂੰਗਾ ਵੀ ਤੈਨੂੰ ਜਾਣਾ ਚਾਹੀਦਾ ਡੇਲੀ। ਜੇ ਕੋਈ ਨਹੀਂ ਪੁੱਛਦਾ, ਬਿਨਾਂ ਮੰਗਿਆ ਸਲਾਹ ਕਿਉਂ ਦੇਈਏ? ਕੇਜਰੀਵਾਲ ਕਹਿੰਦੇ ਨੇ ਵੀ ਮੈਨੂੰ ਹਮੇਸ਼ਾ ਟਾਰਗੇਟ ਕਰਦੀ ਹੈ BJP ਕਹਿ ਲਈਏ, ਕਾਂਗਰਸ ਕਹਿ ਲਈਏ, ਰਲ ਕੇ ਪੰਜਾਬ ਦੇ ਵਿੱਚ ਪੰਜਾਬ ਨੂੰ ਲੁੱਟੀ ਜਾਂਦੇ ਨੇ। ਹਾਂਜੀ, ਉਹ ਦੇਖੋ ਜਿਹੜਾ ਸਾਧ ਹੈ, ਜਿੱਦਾਂ ਦੇ ਪਾਇਆ ਹੁੰਦਾ ਨਾ ਚਸ਼ਮਾ, ਉੱਦਾਂ ਦੀ ਦੁਨੀਆ ਨਜ਼ਰ ਆਉਂਦੀ ਹੈ। ਕਬੀਰ ਸਾਹਿਬ ਦੇ ਹਰ ਸ਼ਲੋਕ ਵਿੱਚ ਆਉਂਦਾ, ਬਾਣੀ 'ਚ ਆਉਂਦਾ ਕਿ ਕਹਿਤ ਕਬੀਰ ਸੁਣੋ ਭਾਈ ਸਾਧੋ। ਹੁਣ ਸਾਰੇ ਸਾਧ ਤਾਂ ਬੈਠੇ ਨਹੀਂ ਸੀ ਹੁੰਦੇ, ਉਹ ਕਹਿਤ ਕਬੀਰ ਸੁਣੋ ਭਾਈ ਸਾਧੋ। ਸਤਸੰਗ 'ਚ ਜਿੰਨੇ ਲੋਕ ਹੁੰਦੇ ਸੀ ਜਾਂ ਉਹਨਾਂ ਨੂੰ ਸੁਣਦੇ ਸਾਧ ਲੱਗਦੇ ਸੀ। ਜੇ ਖੁਦ ਕੋਈ ਚੋਰ ਹੋਵੇ ਉਹਨੂੰ ਚੋਰ ਲੱਗਦੇ ਆ। ਮੈਂ ਤਾਂ ਮਹਿਸੂਸ ਕਰਦਾ। ਦਿੱਲੀ ਦੇ ਕੀ ਹਾਲਾਤ ਨੇ? ਉੱਥੇ ਰਹਿੰਦੇ ਹੋ ਤੁਸੀਂ, ਕੀ ਹਾਲਾਤ ਨੇ? ਦਿੱਲੀ ਦੇ ਪ੍ਰਦੂਸ਼ਣ ਤੋਂ ਲੈ ਕੇ ਆ ਨਸ਼ਿਆਂ ਦਾ ਬੜਾ ਬੁਰੀ ਹਾਲਤ ਹੈ। ਮੇਰਾ ਇਲਾਕਾ ਨਾਰਥ ਵੈਸਟ ਹੈ, ਉੱਥੇ ਡਿਵੈਲਪਮੈਂਟ ਦੀ ਬੜੀ ਲੋੜ ਹੈ। ਇੱਥੇ ਆ ਕੇ ਗੱਪਾਂ ਗੁੱਪਾਂ ਮਾਰਦੇ ਰਹਿੰਦੇ। ਉੱਥੇ ਆ ਜਾਓ, ਤੁਸੀਂ ਕੈਮਰੇ ਲੈ ਕੇ ਆ ਜਾਓ, ਦੇਖ ਲਿਓ ਕਿ ਬੜੀ ਬੁਰੀ ਹਾਲਤ ਹੈ। ਤੁਹਾਡਾ ਹਫ਼ਤੇ ਬਾਅਦ ਸਾਹ ਹੀ ਤਾਂ ਨਹੀਂ ਸੁੱਖ ਦਾ ਹੋਣਾ। ਚੰਗਾ ਸਗੋਂ ਕੰਪੇਨ ਦੇ ਪੱਜ ਆਏ, ਫਿਰ ਰੰਗ ਰੂਪ ਉਹੋ ਜਿਹਾ ਹੋਈ ਜਾਂਦਾ। ਅੱਛਾ, ਭਗਵੰਤ ਮਾਨ ਨੂੰ CM ਫੇਸ ਬਣਾਇਆ ਤੁਹਾਡੇ, ਚਲੋ ਆਰਟਿਸਟ ਨੇ ਉਹ ਵੀ, ਹੈ ਨਾ? ਤੁਸੀਂ ਬਹੁਤ ਸਾਰੀਆਂ ਸਟੇਜਾਂ ਦੇ ਉੱਤੇ ਸਾਂਝ ਵੀ ਪਈ ਹੋਊਗੀ, ਉੱਦਾਂ ਵੀ ਮਿਲਦੇ ਹੋਵੋਗੇ, ਕਿਵੇਂ ਦੇਖਦੇ ਹੋ? ਉਹ ਮੇਰਾ ਬਹੁਤ ਹੀ ਪਿਆਰਾ ਦੋਸਤ ਹੈ। ਮੇਰਾ ਛੋਟਾ ਬਹੁਤ ਜੂਨੀਅਰ ਕਹਿ ਲਓ। ਉਮਰ ਪੱਖੋਂ, ਕੰਮ ਪੱਖੋਂ, ਮਿਹਨਤ ਪੱਖੋਂ ਬਹੁਤ ਲਾਜਵਾਬ ਆਦਮੀ ਹੈ। ਔਰ ਮੇਰੀਆਂ ਉਹਦੇ ਲਈ ਮੈਂ ਅਰਦਾਸ ਕਰਦਾ, ਜਿਹੜੀ ਮਨਸ਼ਾ ਲੈ ਕੇ ਖੜਾ ਹੋਇਆ ਉਹਨੂੰ ਰੱਬ ਫਤਿਹ ਦੇਵੇ। ਲੇਕਿਨ ਨੀਤ ਨੂੰ ਮੁਰਾਦਾਂ ਅੰਦਰ ਕੀ ਕਿਸੇ ਦੇ, ਇਹ ਮਾਲਕ ਜਾਣਦਾ। ਮੈਂ ਕਦੀ ਕਿਸੇ ਦਾ ਬੁਰਾ ਨਹੀਂ ਸੋਚ ਸਕਦਾ। ਦੋਸਤ ਹੈ ਸਾਡਾ, ਆਰਟਿਸਟ ਹੈ, ਭਰਾ ਆ। ਸਿਕਿਉਰਿਟੀ ਬੜੀ ਅੱਜ ਕੱਲ੍ਹ ਵਧਾ ਦਿੱਤੀ ਹੈ ਘਰ ਦੇ ਬਾਹਰ। ਆਪਾਂ ਤੁਹਾਨੂੰ 2-3 ਵਾਰੀ ਪਹਿਲਾਂ ਵੀ ਇੰਟਰਵਿਊ ਕਰਨ ਆਏ ਸੀਗੇ, ਇੱਥੇ ਵਾਲੇ ਘਰ ਦੇ ਵਿੱਚ ਵੀ ਕੀਤੀ, ਦਿੱਲੀ ਵਾਲੇ ਘਰ ਦੇ ਵਿੱਚ ਵੀ ਇੰਟਰਵਿਊ ਕੀਤਾ। ਕੀ ਇੰਨਾ ਫਰਕ ਕਿਉਂ ਪੈ ਗਿਆ ਸਿਕਿਉਰਿਟੀ ਦੇ ਵਿੱਚ? ਇੰਨੀ ਚੈੱਕ ਸਿਕਿਉਰਿਟੀ ਹੁਣ ਤੁਹਾਨੂੰ ਦੇਖਦੇ ਹੋਣੇ ਖਬਰਾਂ 'ਚ ਕਿ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ। ਕੋਈ ਇਨਫੋਰਮੇਸ਼ਨ ਹੋਏਗੀ ਅਤੇ ਮੈਂ ਤਾਂ ਖੁਦ ਵੀ ਡਰਾਈਵ ਕਰਕੇ ਚੱਲ ਜਾਂਦਾ ਉੱਥੇ। ਸਾਰਿਆਂ ਨੂੰ ਪਤਾ ਦਿੱਲੀ 'ਚ ਵੀ ਹੁਣ ਜਦੋਂ ਇਲੈਕਸ਼ਨ ਦੇ ਦਿਨਾਂ 'ਚ ਵੈਸੇ ਸਿਕਿਉਰਿਟੀ ਹੋਣੀ ਚਾਹੀਦੀ ਹੈ, ਸ਼ੋਅ ਆਫ ਲਈ ਨਹੀਂ, ਪ੍ਰੋਟੈਕਸ਼ਨ ਲਈ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ, ਤੁਹਾਨੂੰ ਮੈਂ ਦੱਸਿਆ ਬਿਜ਼ਨਸ ਆ, ਲੋਕੀ ਤਾਂ ਪੰਜੀ ਲਈ ਨੁਕਸਾਨ ਕਰ ਦਿੰਦੇ। ਇਹਦੇ 'ਚ ਤਾਂ ਕਰੋੜਾਂ ਰੁਪਈਏ ਆ। ਅਗਲਾ ਕਹਿੰਦਾ ਜਿਹੜਾ ਜ਼ਿਆਦਾ ਵਧੀਆ ਬੋਲਦਾ ਜਾਂ ਕੰਪੇਨਰ ਆ, ਉਹਨੂੰ ਜ਼ਿਆਦਾ ਜ਼ਰੂਰਤ ਹੈ ਸਿਕਿਉਰਿਟੀ ਦੀ। ਜੋ ਕਿਸਾਨਾਂ ਦੇ ਵੱਲੋਂ ਤੁਸੀਂ ਬਹੁਤ ਵਾਰੀ ਵਿਰੋਧ ਦੀਆਂ ਤਸਵੀਰਾਂ ਆਈਆਂ ਸੀਗੀਆਂ, ਉਹ ਉਸ ਚੀਜ਼ ਨੂੰ ਠੱਲ ਪਈ ਹੈ? ਕੁਝ ਰਾਹਤ ਮਿਲੀ ਹੈ? ਮੈਨੂੰ ਤਾਂ ਵਿਰੋਧਤਾ ਵੀ ਬਹੁਤ ਚੰਗੀ ਲੱਗਦੀ। ਮੈਂ ਵਿੱਚ ਚੱਲ ਜਾਣਾ ਹੁੰਦਾ, ਇੱਕ ਮੈਂ ਭੱਜਦਾ ਨਹੀਂ। ਅੰਦੋਲਨ ਦੇ ਵਿੱਚ ਦੀ ਵੀ ਲੰਘ ਜਾਂਦਾ ਸੀ ਆਪਣੇ ਹਿਸਾਬ ਨਾਲ। ਮੈਨੂੰ ਕਦੀ ਰੋਕਿਆ? ਮੈਨੂੰ ਜਦੋਂ ਰੋਕਦੇ, ਮੈਨੂੰ ਲੰਘਣਾ ਵੀ ਆਉਂਦਾ ਆ। ਮੈਂ ਆਕੜ ਕੇ ਲੰਘੂੰਗਾ ਅਤੇ ਫਿਰ ਉਹੀ ਹਾਲ ਹੋਏਗਾ ਜੋ ਬਾਕੀਆਂ ਦਾ ਹੁੰਦਾ। ਮੈਨੂੰ ਪਤਾ ਮੇਰੇ ਆਪਣੇ ਬੈਠੇ ਆ, ਗੈਰਤਮੰਦ ਬੈਠੇ ਆ, ਅਣਖ ਵਾਲੇ ਲੋਕ ਬੈਠੇ ਆ, ਮੇਰੇ ਭਾਈ ਬੈਠੇ ਆ। ਕਹਿੰਦੇ ਭਾਈਆਂ ਹੱਥੋਂ ਮੈਂ ਮਾਰਾ ਖੁੱਲ੍ਹ ਜਾਣ ਬਿਸ਼ਤਾਂ ਦੇ ਰਾਹ। ਮੈਨੂੰ ਕਦੀ ਲੱਗਿਆ ਹੀ ਨਹੀਂ ਕੋਈ ਓਪਰਾ। ਮੈਂ ਉੱਥੇ ਮੋਗੇ ਘੇਰਿਆ ਸੀ, ਵਿੱਚ ਚਲ ਗਿਆ ਸੀ। ਮੈਂ ਕਿਹਾ ਬੀਜੀ, ਮੈਂ ਤੁਹਾਡੀ ਹੀ ਗੱਲ ਕਰਦਾ ਹਮੇਸ਼ਾ, ਮੈਂ ਕਦੀ ਵੀ ਚੋਲੀ ਚੁੱਕ ਨਹੀਂ ਹੋਵਾਂਗਾ। ਇੱਕ ਭਾਈ ਸੀ ਥੋੜ੍ਹਾ ਗਰਮ ਜਿਹਾ, ਉਹਨੂੰ ਗੁੱਟੋਂ ਫੜ ਕੇ ਮੈਂ ਪਿਆਰ ਨਾਲ ਕਿਹਾ ਸੀ, ਮੈਂ ਕਿਹਾ ਗੱਲ ਸੁਣ, ਤੁਹਾਨੂੰ ਐਂਡ 'ਤੇ ਪਤਾ ਲੱਗੇਗਾ ਤੁਹਾਡਾ ਦੋਸਤ ਕੌਣ ਹੈ, ਦੁਸ਼ਮਣ ਕੌਣ ਹੈ। ਮੈਂ ਤਾਂ ਆਹ ਦਾ ਨਾਰਾ ਮਾਰਨ ਵਾਲਾ ਫਕੀਰ ਹਾਂ। ਮੈਂ ਕੋਈ ਉਹ ਸੋ ਕਾਲਡ ਜਾਂ ਟਿਪੀਕਲ ਸਿਆਸਤਦਾਨ ਥੋੜ੍ਹੀ ਹਾਂ ਜਿਹੜਾ ਅੰਬਾਲਾ ਟੱਪਦਾ ਪੰਜਾਬ ਭੁੱਲ ਜਾਊਗਾ। ਮੈਨੂੰ ਰੋਕਦੇ ਹੈਗੇ ਆ ਬਿਕੋਜ਼ ਆਫ BJP। ਹੁਣ ਤਾਂ ਨਹੀਂ, ਖੈਰ ਐਡੀ ਕੋਈ ਹੁਣ ਨਹੀਂ। ਹੁਣ ਇਲੈਕਸ਼ਨ 'ਚ ਉਹ ਖੁਦ ਇਲੈਕਸ਼ਨ ਲੜ ਰਿਹਾ। ਕਿਵੇਂ ਦੇਖਦੇ ਹੋ ਕਿਸਾਨਾਂ ਦੇ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਨੇ, ਰਾਜੇਵਾਲ ਸਾਹਿਬ ਖੁਦ ਲੜ ਰਹੇ? ਸ਼ੁਭ ਕਾਮਨਾਵਾਂ, ਸ਼ੁਭ ਕਾਮਨਾਵਾਂ। ਜਿਹੜਾ ਵੀ ਇਲੈਕਸ਼ਨ 'ਚ ਖੜਾ ਹੋਇਆ ਉਹਨੂੰ ਸਭ ਲਈ ਮੇਰੀਆਂ ਢੇਰ ਸਾਰੀਆਂ ਦੁਆਵਾਂ। ਲੇਕਿਨ ਨੀਤ ਨੂੰ ਮੁਰਾਦਾਂ, ਜਿੱਦਾਂ ਦੀ ਕੋਈ ਨੀਤ ਲੈ ਕੇ ਬੰਦੇ ਨੂੰ ਕਹਿੰਦੇ ਮਤ ਸੋਚੋ मैंने किसी को बेवकूफ़ बनाया, बल्कि ये सोचो उसने आप पे यकीन कितना किया। ये मौला अली ਦਾ ਕੌਲ ਹੈ, ਹਜ਼ਰਤ ਅਲੀ ਸ਼ੇਰ ਖੁਦਾ ਦਾ। ਅਤੇ ਇਸ ਕਰਕੇ ਸੱਜਣਾ ਜਿੰਨੇ ਵੀ ਖੜ੍ਹੇ ਆ, ਜਿੱਦਾਂ ਦੀ ਨੀਤ ਹੋਏਗੀ ਉੱਦਾਂ ਦੀ ਮੁਰਾਦ ਮਿਲ ਜਾਏਗੀ। ਰਾਮ ਰਹੀਮ ਦੀ ਫਰਲੋ ਦਾ ਫਾਇਦਾ ਮਿਲੇਗਾ BJP ਨੂੰ? ਫਰਲੋ ਜਿਹੜਾ ਲੈ ਕੇ ਆਇਆ ਜਾਂ ਉਹਨੂੰ ਪਤਾ ਹੋਊ, ਜਾਂ ਜਿਹੜੇ ਫਾਇਦਾ ਲੈਣਗੇ ਉਹਨੂੰ ਪਤਾ ਹੋਊਗਾ। ਸੱਜਣਾ ਆਪਣੇ ਅੱਗੇ ਤਾਂ ਮਾਈਕ ਆ ਜਾਏ, ਆਪਣੇ ਜੋ ਖਿਆਲ 'ਚ ਆਉਂਦਾ ਆਪਾਂ ਬੋਲ ਦਿੰਦੇ ਹਾਂ। ਅੱਛਾ,
ਜਿੱਦਾਂ ਕੱਲ ਸਟੇਜ ਦੇ ਉੱਤੇ ਗੀਤ ਗੂਤ ਸੁਣਾਏ, ਕਦੀ ਪੀਐਮ ਸਾਹਿਬ ਨੇ ਸੁਣੇ ਕਦੇ ਬਿਠਾ ਕੇ, ਕਿਤੇ ਵਿਹਲਾ, ਕਿਤੇ ਸਮਾਂ ਕੋਈ 2-4 ਮਿੰਟ ਕਿਤੇ ਬੈਠੇ ਹੋ? PM ਇਨਸਾਨ ਆ, ਉਹ ਤਾਂ ਬਹੁਤ ਮਿਊਜ਼ੀਕਲ ਮਾਈਂਡਡ ਆ, ਆਰਟਿਸਟ ਹੈ, ਬੜਾ ਮਿਊਜ਼ਿਕ ਨੂੰ ਪਿਆਰ ਕਰ ਦੇਖਿਆ। ਲਤਾ ਜੀ ਦੇ ਸਾਰਾ ਕੁਝ ਛੱਡ ਕੇ ਫਿਊਨਰਲ 'ਤੇ ਗਏ। ਜਦੋਂ ਬੰਬੇ ਜਾਂਦੇ ਸੀ ਲਤਾ ਜੀ ਨਾਲ ਮਿਲ ਕੇ ਆਉਂਦੇ ਸੀ, ਔਰ ਮੈਨੂੰ ਤਾਂ ਅਕਸਰ ਮੌਕਾ ਮਿਲਦਾ ਬੈਠਦੇ ਬੜੇ। ਕੱਲ੍ਹ ਵੀ ਉਹਨਾਂ ਨੇ ਸ਼ਾਇਦ ਤੁਸੀਂ ਦੇਖਦੇ ਹੋ ਉੱਥੇ ਬੁਲਾ ਕੇ ਬੜਾ ਖੁਸ਼ ਹੋ ਰਿਹਾ ਸੀ, ਪਿੱਛੇ ਸੁਣ ਰਿਹਾ ਸੀ ਨਾ, ਜਦੋਂ ਪੱਗ ਬੰਨ੍ਹ ਰਹੇ ਸੀ ਪਿੱਛੇ, ਤਾਂ ਸੁਣ ਰਹੇ ਸੀ ਜੋ ਮੈਂ ਗਾ ਰਿਹਾ ਸੀ, ਤਾਂ ਐਪਰੀਸ਼ੀਏਟ ਕਰ ਰਹੇ ਸੀ। ਉੱਦਾਂ ਸੁਣਾਉਂਦੇ, ਫਿਰ ਸੁਣਦੇ ਆ ਕਦੀ ਕੋਈ ਫਰਮਾਇਸ਼ ਕਰਦੇ? ਹਾਂ, ਮਾਹੌਲ ਹੁਣ ਆਪਾਂ ਇੱਦਾਂ ਆਪਸ ਵਿੱਚ ਬੈਠੇ ਗੁਣਗੁਣਾ ਲਈਦਾ। ਉਹ ਬੜੇ ਸ਼ੌਕੀਨ ਹੈ ਮਿਊਜ਼ਿਕ ਦੇ। ਹਾਂ, ਉਹਨਾਂ ਨੂੰ ਫੋਕ ਬੜਾ ਪਸੰਦ ਹੈ, ਗੁਜਰਾਤ ਦਾ ਹੋਵੇ, ਬਿਹਾਰ ਦਾ ਹੋਵੇ, ਪੰਜਾਬ 'ਚ ਕਿਉਂਕਿ ਰਹੇ ਆ ਬਹੁਤ, ਕੋ ਕਹਿੰਦੇ ਹੁੰਦੇ ਪੰਜਾਬ ਦਾ ਗਾਣਾ ਸ਼ਾਈਨਿੰਗ ਬਹੁਤ ਆ। ਮੇਰੇ ਤੋਂ ਵੈਸੇ ਸੂਫੀ ਸੁਣਦੇ ਹੁੰਦੇ ਜ਼ਿਆਦਾ। ਕਿਹੜਾ ਗਾਣਾ ਸੁਣਦੇ ਜ਼ਿਆਦਾ? ਸੂਫੀ, ਬਾਬਾ ਬੁੱਲੇ ਸ਼ਾਹ, ਸੁਲਤਾਨ ਬਾਹੂ, ਇਸ ਤਰ੍ਹਾਂ ਦੇ। ਉਲਟੇ ਹੋਰ ਜ਼ਮਾਨੇ ਆਏ, ਹੁਣ ਅਸੀਂ ਭੇਤ ਸੱਜਣ ਦੇ ਪਾਏ, ਪਿਓ ਪੁੱਤਰਾਂ ਇਤਫਾਕ ਨਾ ਹੀ, ਕੋਈ ਧੀਆਂ ਨਾਲ ਨਾ ਮਾਏ, ਇੱਦਾਂ ਦੇ, ਮਤਲਬ ਜਿਹ 'ਚ ਕੋਈ ਸੱਚ ਹੈ, ਹੱਕ ਹੈ, ਬਰਹੱਕ ਦੀ ਗੱਲ ਕੀਤੀ ਹੈ। ਹੰਸਰਾਜ ਹੰਸ ਸੰਤੁਸ਼ਟ ਨੇ ਰਾਜਨੀਤੀ ਤੋਂ, ਸਿਆਸਤ ਤੋਂ? ਮੋਰ ਦੈਨ ਸੰਤੁਸ਼ਟ ਨਾ ਹੁੰਦਾ ਤਾਂ ਮੈਂ ਹੁਣ ਟਿਕਟਾਂ ਲਈ ਨਾ ਧੱਕੇ ਖਾਂਦਾ, ਹੁਣ ਗੋਟੇ ਗਿੱਡੇ ਛਲਾਉਂਦਾ ਹੁੰਦਾ। ਨਜ਼ਾਰੇ ਨਾਲ ਆਪਾਂ ਆਪਣੇ ਹਜ਼ਾਰਾਂ ਲੋਕਾਂ ਲਈ ਮੈਂ ਵੋਟਾਂ ਮੰਗ ਸਕਦਾ। ਹੰਸਰਾਜ ਹੰਸ ਲਈ ਜਦੋਂ ਮੰਗਣੀ ਪੈਂਦੀ ਨਾ, ਮੇਰਾ ਸਿਹਤ ਹੀ ਖਰਾਬ ਹੋ ਜਾਂਦੀ ਹੈ ਯਾਰ। ਬਹੈਸੀਅਤ ਮੁਜਰਮ ਜਿਹਾ ਹੀ ਪੇਸ਼ ਹੁੰਦਾ, ਇੱਦਾਂ ਲੱਗਦਾ ਕੋਈ ਗੁਨਾਹ ਕਰਤਾ ਸ਼ਾਇਦ। ਟੌਰ ਨਾਲ ਜਾਈਦਾ ਸੀ ਗਾਉਣ, ਟੌਰ ਨਾਲ ਹੀ ਜ਼ਿੰਦਗੀ ਕੱਟੀ ਹੈ। ਟੌਰ ਦਾ ਮਤਲਬ ਆਕੜ ਨਹੀਂ ਗੀ, ਮਤਲਬ ਇੱਜ਼ਤ ਕੀਤੀ ਅਤੇ ਇੱਜ਼ਤ ਕਰਵਾਈ ਆ। ਜਿੱਥੇ ਬਗੈਰਤੀ ਆ ਜਾਂ ਬੇਇੱਜ਼ਤੀ ਉਹ ਕੰਮ ਮੈਨੂੰ ਨਹੀਂ ਚੰਗਾ ਲੱਗਦਾ। ਮੈਂ ਸਾਰਿਆਂ ਲਈ ਕੰਪੇਨ ਕਰ ਸਕਦਾ, ਇਸ ਬੰਦੇ ਲਈ ਜਦੋਂ ਮੰਗਣੀ ਪੈਂਦੀ ਮੇਰੀ ਸਿਹਤ ਹੀ ਖਰਾਬ ਹੋ ਜਾਂਦੀ ਹੈ। ਮੇਰਾ ਮੂਡ ਨਾ ਹੁੰਦੀ ਨਾ, ਸਿਹਤ, ਮਨ ਖਰਾਬ ਹੋ ਜਾਂਦਾ। ਤਦੇ ਮੈਂ ਕਿਹਾ ਸ਼ੁਕਰ ਆ ਦਾਤਾ ਕਿਤੇ ਮੈਨੂੰ ਟਿਕਟ ਨਹੀਂ ਮਿਲ ਗਈ। ਅੱਛਾ ਹੰਸੀ, ਬੰਦੀ ਸਿੰਘਾਂ ਦਾ ਮਾਮਲਾ ਲਗਾਤਾਰ, ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਲਗਾਤਾਰ ਆਵਾਜ਼ਾਂ ਉੱਠਦੀਆਂ ਨੇ, ਧਰਨੇ ਪ੍ਰੋਟੈਸਟ ਵੀ ਹੁੰਦੇ ਨੇ, ਤਾਂ ਇਹ ਵੀ ਮੰਗ ਕੀਤੀ ਜਾਂਦੀ ਹੈ ਲੋਕਾਂ ਕੋਲੋਂ ਵੀ ਜਿਹੜੇ 30 ਸਾਲ ਤੋਂ ਕਹਿੰਦੇ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਤਾਂ ਕਦੀ ਕਿਸੇ ਨੇ ਫਰਲੋ ਵੀ ਨਹੀਂ ਦਿੱਤੀ। ਇਮੀਡੀਏਟਲੀ ਉਹ ਛੁੱਟਣੇ ਚਾਹੀਦੇ, ਰਿਲੀਜ਼ ਹੋਣੇ ਚਾਹੀਦੇ। ਕਾਲੀ ਸੂਚੀ ਦੀ ਗੱਲ ਸੀ, ਮੈਂ ਬੇਨਤੀ ਕੀਤੀ ਸੀ, NRI ਭਰਾਵਾਂ ਨੇ ਮੈਨੂੰ ਹੁਕਮ ਲਾਇਆ ਸੀ, 1 ਮਿੰਟ 'ਚ ਕਾਲੀ ਸੂਚੀ ਹੋ ਗਈ ਸੀ ਕੈਂਸਲ। ਉੱਥੋਂ ਹੁਣ ਬਾਹਰੋਂ ਵੇਚੇ ਆਉਂਦੇ ਆ। ਹੁਣ ਵੀ ਜਿਹੜੇ TV ਸੁਣ ਰਹੇ, ਕਿਸੇ ਨੂੰ ਕੋਈ ਰੁਕਾਵਟ ਹੋਵੇ, ਟੋਰਾਂਟੋ 'ਚ ਵੀ ਸੁਣਨਗੇ, ਵੈਨਕੂਵਰ ਵੀ ਸੁਣਨਗੇ। ਇਹ ਹਮਦਰਦ TV ਮਸ਼ਹੂਰ ਆ। ਹੰਸਰਾਜ ਹੰਸ ਆਪਣੇ ਵੀਰ ਨੂੰ, ਭਰਾ ਨੂੰ, ਆਪਣੇ ਤੁਹਾਡਾ ਮੈਂ ਬੜਾ ਕਰਜ਼ਦਾਰ ਹਾਂ। ਕੋਈ ਕਿਸੇ ਨੂੰ ਏਅਰਪੋਰਟ 'ਤੇ ਜਾਣ ਲੱਗਿਆ ਪ੍ਰੋਬਲਮ ਹੋਵੇ, ਲੈਟ ਮੀ ਨੋ। ਮੈਂ ਉੱਥੇ ਬੈਠਾ ਦਿੱਲੀ ਏਅਰਪੋਰਟ 'ਤੇ, ਜਿਹੜਾ ਕਹਿੰਦੇ ਨਾ ਬੜੀ ਪ੍ਰੋਬਲਮ ਆਉਂਦੀ ਹੈ, ਪਹਿਲਾਂ ਦੱਸ ਕੇ ਆਉਣ, ਚੈੱਕ ਕਰਕੇ ਸਾਰਾ ਮੈਂ ਲੈਣ ਆਊਂਗਾ ਏਅਰਪੋਰਟ 'ਤੇ, ਉਹ ਜਾਨਾ ਮੈਂ। ਦਰਸ਼ਨ ਸਿੰਘ ਧਾਲੀਵਾਲ ਹੋਣੀ ਅਮਰੀਕਾ ਦੇ ਬਹੁਤ ਵੱਡੇ ਬਿਜ਼ਨਸਮੈਨ ਸੀਗੇ, ਉਹ ਜਦੋਂ ਲੰਗਰ ਲਾਇਆ ਪੂਰਾ ਸਾਲ ਉਹਨਾਂ ਨੇ, ਤਾਂ ਉਹਨਾਂ ਨੂੰ ਉਸੇ ਗੱਲ ਦੇ ਵਾਸਤੇ ਨਹੀਂ ਆਉਣ ਦਿੱਤਾ। ਦਰਸ਼ਨ ਸਿੰਘ ਧਾਲੀਵਾਲ ਹੁਣਾਂ ਨੇ ਉਹਨਾਂ ਨੂੰ ਪੁੱਛੋ ਫੋਨ ਕਰਕੇ, ਸਰਦਾਰ ਅੰਮ੍ਰਿਤਸਰੋਂ ਵੀ ਕਰ ਲੈਣਗੇ। ਮੈਂ ਉਹਨਾਂ ਨੂੰ ਫੋਨ ਕੀਤਾ ਸੀ, ਮੈਂ ਕੋਸ਼ਿਸ਼ ਕੀਤੀ ਸੀ ਉਹ ਆ ਜਾਣ। ਉਹ ਫਿਰ ਥੋੜ੍ਹੀ ਗਲਤਫਹਿਮੀ ਹੋ ਗਈ ਸੀ, ਆ ਜਾਣਗੇ, ਉਹ ਆਉਣਗੇ। ਉਹ ਬੜਾ ਨੇਕ ਆਦਮੀ ਹੈ। ਆਖਰੀ ਸਵਾਲ ਲਊਂਗਾ, ਮੁਕਾਬਲਾ BJP ਕਿਹਦੇ ਨਾਲ ਦੇਖ ਰਹੀ ਹੈ? BJP ਹੁਣ ਲਗਾਤਾਰ, ਵੈਸੇ ਹੁਣ ਕੱਲ੍ਹ ਬੜੀ ਹੌਸਲਾ ਜਿਹਾ ਹੋ ਗਿਆ, ਔਰ ਜਿੱਦਾਂ ਸ਼ਾਮਲ ਹੋ ਰਹੇ ਲੋਕੀ, ਮਤਲਬ ਇੱਕ ਲਾਈਨ ਲੱਗੀ ਹੋਈ ਆ। ਪਹਿਲਾਂ ਤਾਂ ਹੁੰਦਾ ਨਾ ਟਿਕਟ ਦੇ ਲਾਲਚ। ਅੱਜ ਵੀ ਮੈਨੂੰ ਫੋਨ ਆ ਰਿਹਾ ਸੀ ਕਈ ਜਗ੍ਹਾ ਤੋਂ, ਡੇਲੀ ਆਉਂਦੇ ਜੀ ਸਾਨੂੰ ਸ਼ਾਮਲ ਕਰਾਓ, ਸ਼ਾਮਲ। ਮੈਂ ਤਾਂ ਖੈਰ ਸ਼ਮੂਲੀਅਤ ਵਿੱਚ ਤਾਂ ਨਹੀਂ ਮੈਂ ਸ਼ਾਮਲ ਕਦੀ ਹੋਇਆ। ਉਹ ਗਿੱਚੀ ਜੀ ਕੱਢ ਕੇ ਫੋਟੋ ਖਿਚਾਉਣਾ ਨਹੀਂ ਮੈਨੂੰ ਪਸੰਦ, ਲੇਕਿਨ ਮੈਂ ਕਹਿ ਦਿੰਦਾ ਮੈਂ ਇੱਥੇ ਤੱਕ ਤੁਹਾਨੂੰ ਪਹੁੰਚਾ ਦਿੰਦਾ, ਅੱਗੋਂ ਤੁਸੀਂ ਆਪ ਗੱਲ ਕਰ ਲਓ। ਕੱਲ੍ਹ ਨੂੰ ਮੇਰੇ ਨਾ ਭਰਾਵਾ ਖਿੱਚ ਤੂੰ ਕਰਿਓ ਕਿ ਮੈਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਵੈਸੇ ਲਾਈਨ ਬੜੀ ਆ, ਸਾਬਕਾ ਵਜ਼ੀਰ ਆ, ਸਾਬਕਾ MLA, ਬੜੇ ਲੀਡਰਾਂ ਤੋਂ ਲੈ ਕੇ ਆਮ ਆਦਮੀ ਤੱਕ BJP 'ਚ ਆਉਣਾ ਚਾਹੁੰਦਾ। ਇਹ ਪਤਾ ਨਹੀਂ ਕੀ ਕਮਾਲ ਆ। ਵੈਸੇ ਸਮਝ ਨਹੀਂ ਆ ਰਹੀ। ਅੱਛਾ ਉਹ ਤਾਂ ਅੰਦੋਲਨ 'ਤੇ ਵੀ ਬੋਲਦੇ ਸੀ, ਬੜੇ ਐਕਟਰ, ਸਿੰਗਰ ਸਾਰੇ ਹੀ। ਹੁਣ ਮੈਂ ਦੇਖਦਾ ਉਹਨਾਂ ਸਾਡੇ ਉਹ ਜਦੋਂ ਆ ਕੇ ਸਟੇਜ 'ਤੇ ਬੋਲਦੇ ਆ, ਬੜਾ ਚੰਗਾ ਲੱਗਦਾ ਵੀ ਚਲੋ ਗਲਤ ਫਹਿਮੀਆਂ ਦੂਰ ਹੋ ਗਈਆਂ। ਸਕੇ ਭਰਾ ਵੀ ਲੜ ਪੈਂਦੇ ਆ ਯਾਰ, ਸਕੇ ਭਾਈ ਲੜ ਪੈਂਦੇ ਆ, ਪਰ ਜਦੋਂ ਸਮਝੌਤਾ ਹੋ ਜਾਏ ਫਿਰ ਦਿਲ 'ਚ ਗੋੜ ਨਹੀਂ ਰੱਖੀਦਾ, ਫਿਰ ਸਾਫ਼ ਦਿਲੋਂ ਇੱਕ ਦੂਜੇ ਨੂੰ ਮਿਲੀਦਾ। ਜਿਵੇਂ ਓਬੀ ਧਾਲੀਵਾਲ ਵੀ ਗਏ ਸੀ, ਉਹਨਾਂ ਦੀਆਂ ਸਪੀਚਾਂ ਬੜੀਆਂ ਪੁਰਾਣੀਆਂ ਵਾਇਰਲ ਹੋਈਆਂ, ਬੜੇ ਤਿੱਖੇ ਭਾਸ਼ਣ ਦਿੱਤੇ ਸੀਗੇ PM ਮੋਦੀ ਦੇ ਉੱਤੇ, ਤਾਂ ਹੁਣ ਜਦੋਂ ਪਾਰਟੀ ਦੇ ਵਿੱਚ ਗਏ ਫਿਰ ਗੱਲਬਾਤ ਹੁੰਦੀ? ਹਾਂ, ਕਈ ਆਰਟਿਸਟ ਆਏ ਆ। ਹੁਣ ਕੱਲ੍ਹ ਵੀ ਮੁੰਡਾ ਉੱਥੇ ਰੈਲੀ 'ਚ ਗਾ ਰਿਹਾ ਸੀ, ਯੰਗ, ਮੇਰਾ ਨਾਂ ਨਹੀਂ ਮੈਨੂੰ ਯਾਦ, ਬੜਾ ਵਧੀਆ ਕਰ ਰਿਹਾ ਸੀ ਉਹ। ਅਤੇ ਸਾਰੇ ਹੀ ਮਤਲਬ
ਸਭ ਦੀ ਹੁਣ ਤਾਂ ਖੈਰ ਦਿਨ ਹੀ 2-4 ਰਹਿ ਗਏ ਆ। ਮੈਨੂੰ ਤਾਂ ਇੰਨੇ ਫੋਨ ਆਉਂਦੇ ਸੀ, ਫਿਰ ਉਹ ਸ਼ਾਮਲ ਵੀ ਹੋ ਗਏ, ਕੁਛ ਰਹਿ ਗਏ ਆ, ਕਰ ਦਾਂਗੇ। ਵਿਰੋਧੀ ਕਹਿੰਦੇ ਰਹਿੰਦ ਖੂੰਹਦ ਲਈ ਜਾ ਰਹੀ ਹੈ ਬੀਜੇਪੀ, ਬੰਦੇ ਲੱਭਦੇ ਨਹੀਂ ਖੜੇ ਕਰਨ ਨੂੰ। ਉਹਨਾਂ ਨੂੰ ਤੁਸੀਂ ਲੈ ਲਓ ਤੁਸੀਂ ਲੈ ਲਓ। ਉਹ ਐਕਚੁਅਲੀ ਉਹ ਹੁਣ ਖੁਦ ਹੀ ਰਹਿੰਦ ਖੂੰਹਦ ਆਪਣੇ ਆਪ ਨੂੰ ਸਮਝਣ ਲੱਗ ਪਿਆ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੀਗੇ MP ਹੰਸਰਾਜ ਹੰਸ, ਬੜੀ ਬੇਬਾਕੀ ਦੇ ਨਾਲ ਗੱਲ ਕੀਤੀ ਔਰ ਸਿੱਧੇ ਤੌਰ 'ਤੇ ਕਿਹਾ ਕਿ ਕੱਲ੍ਹ ਦੀ ਰੈਲੀ ਤੋਂ ਬਾਅਦ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਉਤਸ਼ਾਹ ਵਧਿਆ ਹੈ, ਜੋਸ਼ ਆਇਆ ਹੈ ਔਰ ਦਾਅਵਾ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਵੀ BJP ਦੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਰਲ ਕੇ ਬਣੇਗੀ। ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰ TV, ਜਲੰਧਰ।